सतनाम श्री वाहिगुरु साहिब जीओ। मूक उचरै शास्त्र खट, पिंग गिरन चढ़ जाए। अंध लख बदरो सुनै, यो काल कृपा कराए। श्री नानक अंगद गुरु, अमरदास पगबंद। रामदास अर्जन गुरु, बर श्री हर गोविंद। हर राय हर कृष्ण गुर, तेग बहादुर चंद। दसवें गोबिंद सिंह गुरु, नमो चरण अरविंद। जिसमें है अमृत ज्ञान है, मानक भगत वैराग। श्री गुरु ग्रंथ साहिब उदद, बंदो कर अनुराग। श्री गुर शब्द कमाहे जिन, जीते पंच विकार। तिन संतन को बंदना, तिन पग नमो हमार। एक ओंकारा सतगुरु, तेह प्रसाद सच होए। वाहिगुरु जी की बदे, बिघन विनाशन सोए। वाहिगुरु जी की बते, बिघन विनाशन सोए। सतनाम श्री वाहिगुरु साहिब जी। दिल्ली बिठा आन हम कहियो, कोमट सुध पट कै सब लहियो। द्वार मराव गए चढ़ जबै, 10,000 लश्कर ले सबै। दिल्ली बिखै आन हम कहियो। वाहिगुरु जी का खालसा, वाहिगुरु जी की फतेह। गरीब नवाज सतगुरु सच्चे पातशाह, धन धन साहिब श्री गुरु ग्रंथ साहिब जी महाराज जियां दी पावन पवित्र हजूरी अंदर जुड़ बैठी गुरु प्यारी गुरु सवारी खालसा साध संगत जीओ। आप गुरमुख प्यारे बड़े धनता दे योग हो, जो सतगुरां ने कृपा की है। बाबे शहीदां दे इस मुबारक अस्थान ते आपां हाजरियां भर रहे हाँ। सतगुरु सच्चे पातशाह जी दी पावन गुरबाणी नूं सरवण करके कथा कीर्तन सरवण करके रोजाना संगतां
ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰਦੀਆਂ ਹਨ। ਸੰਧਿਆ ਦੇ ਦੀਵਾਨਾਂ ਦੀ ਆਰੰਭਤਾ ਹੋਣ ਜਾ ਰਹੀ ਹੈ। ਆਪ ਸੰਗਤਾਂ ਰੋਜ਼ਾਨਾ ਪਾਵਨ ਸ਼੍ਰੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ। ਪਿਛਲੇ ਪ੍ਰਸੰਗ ਦੇ ਵਿੱਚ ਆਪ ਨੇ ਸਰਵਣ ਕੀਤਾ ਹੈ ਕਿ ਪਹਾੜੀ ਰਾਜੇ ਹਰ ਤਰੀਕੇ ਨਾਲ ਸਤਿਗੁਰਾਂ ਦੇ ਕੋਲੋਂ ਹਾਰ ਕੇ ਸਹਾਇਤਾ ਦੇ ਵਾਸਤੇ ਔਰੰਗਜ਼ੇਬ ਦੇ ਕੋਲ ਫਰਿਆਦ ਲੈ ਕੇ ਗਏ ਨੇ। ਦਿੱਲੀ ਜਾ ਕੇ ਇਹਦੇ ਸੂਬੇ ਨੂੰ ਮਿਲੇ ਨੇ, ਉੱਥੋਂ ਸੁਨੇਹਾ ਭੇਜਿਆ ਦੱਖਣ ਵੱਲ। ਫਿਰ ਆਪ ਦੱਖਣ ਵੱਲ ਗਏ, ਜਾ ਕੇ ਮਿਲੇ ਨੇ ਗੋਲਕੁੰਡਾ ਨਾਂ ਦਾ ਕਿਲਾ। ਉੱਥੇ ਮੁਲਾਕਾਤ ਕੀਤੀ ਹੈ। ਉਹਦਾ ਮਾਇਆ ਦੇ ਕੇ ਖੁਸ਼ਾਮਦ ਕਰਕੇ ਬੜਾ ਅਦਬ ਸਤਿਕਾਰ ਕੀਤਾ। ਮਹਾਰਾਜ ਦੇ ਵਿਰੁੱਧ ਕੰਨ ਭਰੇ ਨੇ ਵੀ ਅਸੀਂ ਬੜੇ ਤੰਗ ਆ, ਸਾਡੇ ਰਾਜ ਦੇ ਵਿੱਚ ਝਗੜੇ ਪਾ ਰਿਹਾ ਹੈ ਗੁਰੂ ਗੋਬਿੰਦ ਸਿੰਘ, ਤੇ ਜਿਹੜਾ ਉਹਦਾ ਖਾਲਸਾ ਹੈ ਲੁੱਟਮਾਰ ਕਰਦਾ। ਐਸੀਆਂ ਗੱਲਾਂ ਕੀਤੀਆਂ। ਉਹਨੂੰ ਦੱਸਿਆ ਵੀ ਇਹਨਾਂ ਨੇ ਜਦੋਂ ਖਾਲਸਾ ਸਾਜਿਆ ਸੀ ਅਸੀਂ ਵੀ ਗਏ ਸੀ। ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਸਾਡਾ ਤੁਰਕਾਂ ਦੇ ਨਾਲ ਵੈਰ ਹੈ, ਅਸੀਂ ਦਿੱਲੀ ਤਖਤ ਦੇ ਬਾਦਸ਼ਾਹ ਦੇ ਕੋਲੋਂ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣਾ ਹੈ, ਤੁਸੀਂ ਸਾਰੇ ਸ਼ਸਤਰ ਧਾਰ ਕੇ ਜੰਗ ਕਰੋ। ਤਾਂ ਇਹ ਕਹਿੰਦੇ ਅਸੀਂ ਤੁਹਾਡਾ ਨਾਮ ਸੁਣ ਕੇ ਡਰ ਗਏ, ਅਸੀਂ ਮਨਾ ਕਰ ਦਿੱਤਾ, ਅਸੀਂ ਉੱਥੋਂ ਉੱਠ ਕੇ ਵਾਪਸ ਆ ਗਏ। ਤਾਂ ਉਸ ਤੋਂ ਬਾਅਦ ਇਹਨਾਂ ਨੇ ਪੰਗਤ ਦੀ ਬਾਟੇ ਦੀ ਸਾਂਝ ਦੇ ਨਾਲ ਇੱਕੋ ਬਾਟੇ ਵਿੱਚੋਂ ਖੰਡੇ ਬਾਟੇ ਦੀ ਪੌਹਲ ਛਕਾ ਕੇ ਖਾਲਸਾ ਪੰਥ ਪ੍ਰਗਟ ਕੀਤਾ। ਤਾਂ ਇਸ ਤਰ੍ਹਾਂ ਮਹਾਰਾਜ ਦੇ ਕੌਤਕ ਦੱਸਦੇ ਨੇ ਔਰੰਗਜ਼ੇਬ ਬਾਦਸ਼ਾਹ ਨੂੰ। ਜਿਸ ਤਰ੍ਹਾਂ ਅੱਗੇ ਲੜੀਵਾਰ ਕਥਾ ਵਿਚਾਰ ਹੈ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਧਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਾਰ ਕੇ ਪਾਵਨ ਸ਼੍ਰੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ। ਕਥਾ ਦੀ ਆਰੰਭਤਾ ਤੋਂ ਪਹਿਲਾਂ ਸਮੂਹ ਸੰਗਤ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿੱਲੀ ਵਿਖੈ ਆਨ ਹਮ ਕਹਿਓ। ਤਾਂ ਕਹਿੰਦੇ ਵੀ ਅਸੀਂ ਜਿੰਨੀ ਵੀ ਗੱਲ ਸੀ, ਜਿੱਦਾਂ ਸਾਡੇ ਨਾਲ ਧੱਕਾ ਕਰ ਰਿਹਾ ਹੈ ਗੁਰੂ ਕਾ ਖਾਲਸਾ, ਉਹ ਸਾਰੀ ਗੱਲ ਆ ਕੇ ਅਸੀਂ ਦਿੱਲੀ ਵਿੱਚ ਦੱਸ ਦਿੱਤੀ। ਤੁਮ ਢਿੱਗ ਸੁਧ ਪਟ ਕੈ ਸਭ ਲਹਿਓ। ਜੋ ਕੁਝ ਸਾਨੂੰ ਪਤਾ ਸੀ ਅਸੀਂ ਸਾਰਾ ਤੁਹਾਨੂੰ ਦੱਸ ਦਿੱਤਾ। ਚਿੱਠੀ ਲਿਖ ਕੇ ਵੀ ਤੁਹਾਨੂੰ ਸਾਰੀ ਖਬਰ ਭੇਜੀ ਹੈ। ਵੈ ਉਮਰਾਵ ਗਏ ਚੜ ਜਬੈ। ਤਾਂ ਜਦੋਂ ਦੋ ਉਮਰਾਵ ਭਾਵ ਜਰਨੈਲ ਚੜ੍ਹਾਈ ਕਰਕੇ ਗਏ ਕਲਗੀਧਰ ਪਾਤਸ਼ਾਹ ਤੇ 10,000 ਲਸ਼ਕਰ ਲੈ ਸਭੈ। ਤਾਂ ਉਹਨਾਂ ਦੇ ਨਾਲ ਕਿੰਨੀ ਫੌਜ ਸੀ? 10,000 ਫੌਜ। 10,000 ਫੌਜ ਦਾ ਲਸ਼ਕਰ ਨਾਲ ਲਿਆ ਸੀ। ਪਾਠ ਉਪਰਾਲੋ ਕੀਨ ਹਮਾਰਾ। ਤਾਂ ਤੁਸੀਂ ਤਾਂ ਸਾਡਾ ਬੜਾ ਭਲਾ ਕੀਤਾ, ਸਾਡੇ ਲਈ ਯਤਨ ਕੀਤਾ। ਇਹ ਸਾਡੇ ਵਾਸਤੇ ਤੁਸੀਂ ਫੌਜਾਂ ਭੇਜੀਆਂ। ਮਚਿਓ ਜੁੱਧ ਦਾਰਨ ਤਿਸ 12। ਤਾਂ ਜਦੋਂ ਤੁਹਾਡੀਆਂ ਫੌਜਾਂ ਪਹੁੰਚੀਆਂ ਨਾਲ ਸਾਡੀ ਫੌਜ ਰਲੀ, ਤਾਂ ਉਦੋਂ ਗੁਰੂ ਕੇ ਖਾਲਸੇ ਨਾਲ ਸਾਡਾ ਬੜਾ ਭਿਆਨਕ ਕਹਿੰਦੇ ਜੰਗ ਹੋਇਆ। ਪੈਂਡ ਖਾਨ ਅਰ ਸਤਿਗੁਰ ਸੰਗ। ਤਾਂ ਜਿਹੜਾ ਪੈਂਡੇ ਖਾਨ ਸੀ ਉਹਦਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਭਇਓ ਜੰਗ ਦੁਆ ਹਤੇ ਕਤੰਗ। ਇੰਨਾ ਭਾਰੀ ਜੰਗ ਹੋਇਆ ਵੀ ਦੋਵਾਂ ਦੇ ਘੋੜੇ ਜਿਹੜੇ ਸੀ ਸ਼ਹੀਦੀਆਂ ਪਾ ਗਏ। ਦੋਵਾਂ ਦੇ ਘੋੜੇ ਜੰਗ ਦੇ ਮੈਦਾਨ ਵਿੱਚ ਲੜਦਿਆਂ ਲੜਦਿਆਂ
ਜੰਪੁਰੀ ਨੂੰ ਚਲੇ ਗਏ ਸਨ। ਵਿਫਲ ਖਾਨ ਕੇ ਸਰ ਦਵੈ ਗਏ। ਤਾਂ ਖਤੰਗ ਵਾਹਿਗੁਰੂ ਤੀਰ ਨੂੰ ਕਹਿੰਦੇ ਨੇ। ਤਾਂ ਬੜੇ ਦੋ ਪਾਸਿਆਂ ਤੋਂ ਤੀਰ ਚੱਲੇ, ਪਰ ਜਿਹੜੇ ਖਾਨ ਨੇ ਚਲਾਏ ਸੀ, ਪੈਂਡੇ ਖਾਨ ਨੇ, ਉਹ ਤੀਰ ਕਹਿੰਦੇ ਨਿਸਫਲ ਹੀ ਚਲੇ ਗਏ। ਉਹ ਕਿਤੇ ਨਿਸ਼ਾਨੇ ਤੇ ਨਹੀਂ ਲੱਗੇ, ਖਾਲੀ ਚਲੇ ਗਏ। ਗੁਰ ਇੱਕ ਮਾਰਿਓ ਹੈ ਉਥਲਏ। ਤਾਂ ਗੁਰੂ ਸਾਹਿਬ ਨੇ ਇੱਕੋ ਹੀ ਤੀਰ ਮਾਰਿਆ ਤੇ ਇਹਦਾ ਘੋੜਾ ਜਿਹੜਾ ਸੀ ਉਹ ਉਲਟ ਗਿਆ। ਸਾਹਿਬ ਸੰਗ ਸਿਰ ਕਾਟ ਉਤਾਰਾ। ਘੋੜੇ ਤੋਂ ਥੱਲੇ ਡਿੱਗ ਪਿਆ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਸ਼੍ਰੀ ਸਾਹਿਬ ਦੇ ਨਾਲ ਇਹਦਾ ਸਿਰ ਵੱਢ ਦਿੱਤਾ ਹੈ, ਪੈਂਡੇ ਖਾਨ ਦਾ। ਦੀਨ ਬੇਗ ਘਾਇਲ ਦੁਖ ਭਾਰਾ। ਤਾਂ ਦੀਨ ਬੇਗ ਜਿਹੜਾ ਸੀ ਦੂਜਾ ਜਰਨੈਲ, ਉਹ ਵੀ ਜ਼ਖਮੀ ਹੋ ਗਿਆ, ਬੜਾ ਭਾਰੀ ਦੁੱਖ ਦੇ ਵਿੱਚ ਸੀ, ਤਕਲੀਫ ਦੇ ਵਿੱਚ ਸੀ। ਖਿਦਰਾਬਾਦ ਗ੍ਰਾਮ ਲਗ ਆਏ। ਤਾਂ ਜਦੋਂ ਖਿਦਰਾਬਾਦ ਨਾਂ ਦੇ ਨਗਰ ਤੱਕ ਆ ਗਏ, ਭਾਰਤ ਮਰਤ ਪਠਾਨ ਭੁਲਾਏ। ਤਾਂ ਉਦੋਂ ਤੱਕ ਆ ਕੇ ਭਾਵ ਜਿਹੜੇ ਪਠਾਨ ਸੀ ਹਾਰ ਗਏ। ਉੱਥੋਂ ਤੱਕ ਲੜਦਿਆਂ ਲੜਦਿਆਂ ਆ ਗਏ ਤੇ ਪਠਾਨਾਂ ਦਾ ਜਿਹੜਾ ਹੌਸਲਾ ਸੀ ਟੁੱਟ ਗਿਆ। ਪਠਾਨ ਜੰਗ ਦੇ ਮੈਦਾਨ ਵਿੱਚੋਂ ਭੱਜਣ ਲੱਗ ਪਏ। ਜੇ ਕਰ ਲਸਕਰ ਸਾਧ ਭਲਾਇਓ। ਤਾਂ ਜਦੋਂ ਬਾਦਸ਼ਾਹ ਜੀ ਤੁਹਾਡਾ ਲਸ਼ਕਰ ਭੱਜ ਆਇਆ, ਤੁਹਾਡੀਆਂ ਫੌਜਾਂ ਮੈਦਾਨ ਛੱਡ ਕੇ ਭੱਜ ਪਈਆਂ, ਸਿੰਘਨ ਦਲ ਪਿਛੇ ਤਿਨ ਧਾਇਓ। ਤਾਂ ਸਿੰਘਾਂ ਦੀ ਜਿਹੜੀ ਫੌਜ ਸੀ, ਜਿਹੜਾ ਗੁਰੂ ਦਾ ਖਾਲਸਾ ਦਲ ਸੀ ਨਾ, ਉਹ ਫੌਜਾਂ ਦੇ ਪਿੱਛੇ ਲੱਗ ਗਿਆ। ਹਮ ਰਾਜਨ ਕੀ ਗਿਣਤੀ ਕਹਾ। ਸਾਡੀ ਰਾਜਿਆਂ ਦੀ ਵਿਚਾਰਿਆਂ ਦੀ ਕੀ ਗਿਣਤੀ ਹੈ, ਸਾਡੀ ਹਸਤੀ ਕੀ ਹੈ। ਜਿੱਥੇ ਬਾਦਸ਼ਾਹ ਦੀ ਫੌਜ ਨਾ ਟਿਕ ਸਕੇ, ਕਹਿੰਦੇ ਅਸੀਂ ਰਾਜੇ ਕਿਹਦੇ ਵਿਚਾਰੇ ਹਾਂ। ਲੜ ਕਰ ਸਨਮੁਖ ਠਹਿਰ ਹੈ ਕਹਾ। ਉਥੇ ਤਾਂ ਬਾਦਸ਼ਾਹ ਦੀ ਫੌਜ ਭੱਜ ਆਈ ਤੇ ਸਾਡੀ ਤਾਕਤ ਹੀ ਕੀ ਹੈ ਵੀ ਸਾਹਮਣੇ ਹੋ ਕੇ ਲੜ ਸਕੀਏ ਗੁਰੂ ਸਾਹਿਬ ਦੇ। ਪਿਛੇ ਤੇ ਧੁਨ ਧੂਮ ਉਠਾਈ। ਤਾਂ ਜਦੋਂ ਭੱਜ ਰਹੇ ਸਾਂ, ਭੱਜਦਿਆਂ ਦੇ ਮਗਰ ਖਾਲਸਾ ਲੱਗਿਆ ਹੋਇਆ, ਪਿੱਛੋਂ ਬੜੀਆਂ ਆਵਾਜ਼ਾਂ ਆਉਂਦੀਆਂ, ਬੜਾ ਰੌਲਾ ਪੈ ਰਿਹਾ ਸੀ। ਕੂਟ ਕੂਟ ਕਰ ਮਾਰ ਮਚਾਈ। ਉਹਨਾਂ ਨੇ ਸਾਡੀਆਂ ਫੌਜਾਂ ਨੂੰ ਲੁੱਟਿਆ ਕੁੱਟਿਆ, ਇਸ ਤਰ੍ਹਾਂ ਬੜੀ ਭਿਆਨਕ ਮਾਰ ਮਚਾਈ ਹੈ। ਸਕਲ ਸੈਲ ਪੱਟ ਤਬ ਹੈ ਬਟੋਰੀ। ਤਾਂ ਉਸ ਵੇਲੇ ਜਿੰਨੇ ਵੀ ਪਹਾੜੀ ਰਾਜੇ ਜੰਗ ਦੇ ਮੈਦਾਨ ਤੋਂ ਡਰਦੇ ਬਹਿ ਗਏ ਸੀ, ਮੈਂ ਸਾਰਿਆਂ ਨੂੰ ਕਹਿੰਦਾ ਇਕੱਠੇ ਕੀਤਾ। ਮੈਂ ਤਬ ਕਹਿਓ ਸੁਣੋ ਮਤ ਭੋਰੇ। ਮੈਂ ਉਹਨਾਂ ਨੂੰ ਕਿਹਾ ਵੀ ਮਤ ਦੇ ਭੋਲਿਓ, ਨਾ ਸਮਝੋ, ਮੇਰੀ ਗੱਲ ਸੁਣੋ। ਦਲ ਵਧ ਤੋ ਨਿਤ ਸਿੰਘਨ ਤੇਰਾ। ਵੀ ਜਿਹੜੀ ਸਿੰਘਾਂ ਦੀ ਫੌਜ ਹੈ, ਸਿੰਘਾਂ ਦਾ ਜਿਹੜਾ ਦਲ ਹੈ, ਇਹਦਾ ਰੋਜ਼ਾਨਾ ਹੀ ਵਾਧਾ ਜਾਂਦਾ ਹੈ। ਜੋ ਇਰਾਦਾ ਧਰਿਓ ਵਡੇਰਾ। ਤਾਂ ਇਹਨਾਂ ਨੇ ਕੋਈ ਵੱਡਾ ਇਰਾਦਾ ਧਾਰਿਆ ਹੋਇਆ। ਇਹ ਇਕੱਲਾ ਸਾਡੇ ਇਲਾਕਿਆਂ 'ਚ ਸ਼ਿਕਾਰ ਨਹੀਂ ਖੇਡਣਾ ਚਾਹੁੰਦੇ। ਗੁਰੂ ਦਾ ਤੇ ਗੁਰੂ ਦੇ ਸਿੰਘਾਂ ਦਾ ਕਹਿੰਦਾ ਮੈਂ ਉਹਨਾਂ ਨੂੰ ਸਮਝਾਇਆ ਵੀ ਇਰਾਦਾ ਕੋਈ ਵੱਡਾ ਹੈ। ਰਾਜ ਲੈਣ ਕੀ ਗੁਰ ਮਹਿ ਇੱਛਾ। ਇਹਨਾਂ ਦੇ ਹਿਰਦੇ ਵਿੱਚ ਰਾਜ ਲੈਣ ਦੀ ਇੱਛਾ ਹੈ। ਇਹ ਐਵੇਂ ਨਹੀਂ ਜੰਗ ਕਰਦੇ ਫਿਰਦੇ, ਇਹ ਰਾਜ ਭਾਗ ਖੋਣਾ ਚਾਹੁੰਦੇ ਹਨ। ਜੋ ਬੈਠੇ ਤੋ ਕਰਤ ਨਾ ਪਿਛਾ। ਪਰ ਤੁਸੀਂ ਤਾਂ ਬੜੀ ਬੇਫਿਕਰੀ ਦੇ ਨਾਲ ਬੈਠੇ ਹੋਏ ਜੇ। ਕਿਹੜੀ ਗੱਲ ਤੋਂ ਇੰਨੇ ਬੇਫਿਕਰ ਹੋ ਕੇ ਬੈਠੇ ਹੋ? ਕਿਉਂ ਨਹੀਂ ਤੁਸੀਂ ਇਹਨਾਂ ਸਿੰਘਾਂ ਦੇ ਪਿੱਛਾ ਕਰਦੇ? ਭਾਵ ਇਹਨਾਂ ਦੇ ਮਗਰ ਫੌਜਾਂ ਲੈ ਕੇ ਕਿਉਂ ਨਹੀਂ ਚੜ੍ਹਦੇ? ਯਾਦਕ ਸਮਝਾਏ ਅਕਾਰੇ। ਭੀਮ ਚੰਦ ਕਹਿੰਦਾ ਔਰੰਗਜ਼ੇਬ ਨੂੰ ਵੀ ਬਾਦਸ਼ਾਹ ਜੀ, ਮੈਂ ਇਸ ਤਰ੍ਹਾਂ ਪਹਾੜੀ ਰਾਜਿਆਂ ਨੂੰ ਸਮਝਾ ਕੇ ਸੱਦਾ ਦਿੱਤਾ, ਬੁਲਾਇਆ ਹੈ। ਸਭਨ ਕੀ ਦਲ ਵੱਡ ਭਾਰੇ। ਤਾਂ ਜਦੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਵੀ ਆ ਗਈਆਂ, ਸਾਰੀਆਂ ਵੱਡੀਆਂ ਫੌਜਾਂ ਜਿਹੜੀਆਂ ਸੀ ਇਕੱਤਰ ਹੋ ਗਈਆਂ। ਬਾਈ ਭਾਰਤ ਕੀ ਠਕੁਰਾਈ। ਤਾਂ ਜਿੰਨੇ ਵੀ 22 ਧਾਰੀਆਂ ਦੀ ਫੌਜ ਸੀ, ਜਿੰਨੇ ਵੀ 22 ਧਾਰ ਦੇ ਰਾਜੇ ਸਨ, ਮਾਲਕ ਸਨ, ਦੀਨ ਇਕੱਤਰ ਜਮੋ ਸਮੁਦਾਈ। ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਆਪਣੀ ਸਾਰੀ ਫੌਜ ਇਕੱਠੀ ਕਰ ਲਈ। ਆਨ ਅਨੰਦਪੁਰ ਰਨ ਬਲ ਕਰਿਓ। ਤਾਂ ਸਾਰੀ ਫੌਜ ਇਕੱਠੀ ਹੋ ਗਈ। ਪਹਾੜੀ ਰਾਜਿਆਂ ਨੇ ਆ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ, ਬੜਾ ਭਾਰੀ ਜੰਗ ਕੀਤਾ। ਵੀਰ ਕੇਸਰੀ ਨੰਦ ਸੋ ਮਰਿਓ। ਤਾਂ ਉਸੇ ਜਗ੍ਹਾ ਤੇ ਸਾਡਾ ਜਿਹੜਾ ਬੜਾ ਕਹਿੰਦਾ ਸੂਰਬੀਰ ਰਾਜਾ ਸੀ ਕੇਸਰੀ ਚੰਦ,
ਉਹ ਉਥੇ ਆਨੰਦਪੁਰ ਦੇ ਜੰਗ ਵਿੱਚ ਮਾਰਿਆ ਗਿਆ। ਕਾਇਲ ਸੁਖਤਨ ਕੀਮਤੀ ਨਾਹੀ। ਜਿਹੜੇ ਮਰ ਗਏ ਉਹ ਵੀ ਬੜੇ ਜ਼ਿਆਦਾ ਸੀ, ਪਰ ਜਿਹੜੇ ਜ਼ਖਮੀ ਹੋਏ ਉਹਨਾਂ ਦੀ ਤਾਂ ਗਿਣਤੀ ਨਹੀਂ ਸੀ। ਅਣਗਿਣਤੀ ਸਿਪਾਹੀ ਜਿਹੜੇ ਸੀ, ਰਾਜੇ ਜਿਹੜੇ ਸੀ, ਉਹ ਜ਼ਖਮੀ ਹੋ ਗਏ ਮਰੇ ਹਜ਼ਾਰੋਂ ਰਣ ਕੇ ਮਾਹੀ। ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੰਗ ਦੇ ਮੈਦਾਨ ਅੰਦਰ ਜਿਹੜੇ ਪਹਾੜੀਆਂ ਦੇ ਸਿਪਾਹੀ ਸੀ ਉਹ ਮਾਰੇ ਗਏ। ਮਦੀ ਮੁਹਿੰਮ ਗਿਰੇ ਸੁਨ ਰਹੀ। ਤਾਂ ਇਹ ਜਿਹੜੀ ਮੁਹਿੰਮ ਸੀ ਨਾ ਪਹਾੜੀਆਂ ਦੀ, ਇਹ ਬੜੀ ਵੱਡੀ ਸੀ, ਇਹ ਬੜਾ ਭਿਆਨਕ ਮਸਲਾ ਸੀ, ਇਹ ਕੋਈ ਨਿੱਕਾ ਮੋਟਾ ਕੰਮ ਨਹੀਂ ਸੀ। ਮਹੀ ਪਰਾਜੈ ਸਤਿਗੁਰ ਲਗੀ। ਅਸੀਂ ਤਾਂ ਬੜੀ ਤਗੜੀ ਮੁਹਿੰਮ ਕੀਤੀ, ਬੜੀ ਤਗੜੀ ਤਿਆਰੀ ਦੇ ਨਾਲ ਵੱਡਾ ਹੱਲਾ ਕੀਤਾ, ਪਰ ਫਿਰ ਵੀ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਦੀ ਹਾਰ ਨਹੀਂ ਹੋਈ। ਮਰੇ ਬਿਤਕ ਦਿਨ ਖਰਚਿਓ ਦਰਬਾ। ਕਈ ਦਿਨ ਅਸੀਂ ਪੈਸੇ ਖਰਚਦੇ ਰਹੇ ਫੌਜਾਂ ਦੇ, ਕਿੰਨੇ ਦਿਨ ਲੜਦੇ ਰਹੇ ਕਲਗੀਧਰ ਪਾਤਸ਼ਾਹ ਦੇ ਨਾਲ। ਬਹੁ ਬਿਦ ਹਾਰ ਮਰੇ ਜਬ ਸਰਬਾ। ਤਾਂ ਜਦੋਂ ਅਸੀਂ ਵੇਖ ਲਿਆ ਵੀ ਹੁਣ ਸਭ ਕੁਝ ਹਾਰ ਚੁੱਕੇ ਆ, ਅਸੀਂ ਇੰਨਾ ਪੈਸਾ ਵੀ ਆਪਣਾ ਗਵਾ ਲਿਆ, ਆਪਣੀ ਫੌਜੀ ਤਾਕਤ ਵੀ ਗਵਾ ਲਈ, ਤਾਂ ਜਦੋਂ ਅਸੀਂ ਵੇਖ ਲਿਆ ਵੀ ਅਸੀਂ ਸਭ ਕੁਝ ਗਵਾ ਲਿਆ ਹੈ, ਆਮ ਧੇੜ ਕੀ ਦੀਨ ਨਿਕਾਰਾ। ਤਾਂ ਉਦੋਂ ਫਿਰ ਅਸੀਂ ਇਹਨਾਂ ਨੂੰ ਗਊ ਦੀ ਕਸਮ ਦਿੱਤੀ ਵੀ ਤੁਹਾਨੂੰ ਸਾਡੀ ਗਊ ਦੀ ਕਸਮ, ਸਾਡੇ ਧਰਮ ਦੀ ਕਸਮ, ਕਿਰਪਾ ਕਰਕੇ ਇੱਕ ਵਾਰੀ ਇੱਥੋਂ ਚਲੇ ਜਾਓ। ਵੱਖਰੇ ਵੱਖਰੇ ਇਤਿਹਾਸਕਾਰਾਂ ਦੇ ਮਤ ਨੇ। ਕੁਝ ਇਤਿਹਾਸਕਾਰ ਕਹਿੰਦੇ ਮਹਾਰਾਜ ਦੀ ਨੀਤੀ ਸੀ, ਕੁਝ ਦਾ ਕਹਿਣਾ ਵੀ ਮਹਾਰਾਜ ਹਰ ਧਰਮ ਦਾ ਸਤਿਕਾਰ ਕਰਦੇ ਸੀ। ਜਦੋਂ ਔਰੰਗਜ਼ੇਬ ਦੇ ਜਰਨੈਲਾਂ ਨੇ ਮਹਾਰਾਜ ਨੂੰ ਕਿਲ੍ਹਾ ਖਾਲੀ ਕਰਨ ਲਈ ਕਿਹਾ ਆਨੰਦਪੁਰ ਸਾਹਿਬ ਦਾ, ਉਹਨਾਂ ਨੇ ਵੀ ਕੁਰਾਨ ਦੀ ਕਸਮ ਦਿੱਤੀ ਸੀ। ਤਾਂ ਇਹਨਾਂ ਨੇ ਕਹਿੰਦੇ ਵੀ ਸਾਡੇ ਤੋਂ ਜ਼ੋਰ ਨਾਲ ਤਾਂ ਕੁਝ ਹੋਇਆ ਨਹੀਂ, ਅਸੀਂ ਮਹਾਰਾਜ ਨੂੰ ਗਊ ਦੀ ਕਸਮ ਦੇ ਕੇ ਉੱਥੋਂ ਬਾਹਰ ਕੱਢਿਆ। ਸਿਓ ਗੁਰੂ ਬਜਾਏ ਨਗਾਰਾ। ਤੇ ਗੁਰੂ ਇੱਦਾਂ ਹੀ ਨਹੀਂ ਚਲਾ ਗਿਆ ਚੁੱਪਚਾਪ। ਕਲਗੀਧਰ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੇ ਵਿੱਚੋਂ ਨਗਾਰਿਆਂ ਤੇ ਚੋਟਾਂ ਲਾਉਂਦੇ ਬਾਹਰ ਨਿਕਲੇ ਹਨ। ਜੰਗ ਵਿਸਾਲ ਡਾਲ ਕਪਤਾਲਾ। ਤਾਂ ਬੜਾ ਭਿਆਨਕ ਉਹਦੇ ਕਹਿੰਦੇ ਜੰਗ ਹੋਇਆ, ਬਹੁਤ ਜ਼ਿਆਦਾ ਵੱਡੀ ਜੰਗ ਹੋਈ ਹੈ। ਲਾਹੋ ਦਿਸ ਘੇਰ ਲੀਨ ਮਿਲ ਜਾਲਾ। ਇਹਨਾਂ ਨੂੰ ਚਾਰੇ ਪਾਸਿਓਂ ਜਦੋਂ ਬਾਹਰ ਆਏ ਨਾ ਕਲਗੀਧਰ ਪਾਤਸ਼ਾਹ, ਤਾਂ ਭੀਮ ਚੰਦ ਕਹਿੰਦਾ ਅਸੀਂ ਸਾਰਿਆਂ ਨੇ ਇਹਨਾਂ ਨੂੰ ਘੇਰਾ ਪਾ ਲਿਆ ਚਾਰੇ ਪਾਸਿਓਂ। ਵੇਖੋ, ਪਹਿਲਾਂ ਇਹਨਾਂ ਨੇ ਗਊ ਦੀ ਕਸਮ ਦਿੱਤੀ ਤੇ ਧੋਖਾ ਦਿੱਤਾ। ਦੂਜੀ ਵਾਰੀ ਜਦੋਂ ਇਹ ਆਟੇ ਦੀ ਗਊ ਲੈ ਕੇ ਗਏ, ਕੁਰਾਨ ਲੈ ਕੇ ਗਏ ਕਸਮ ਦੇਣ ਲਈ, ਤਾਂ ਮਹਾਰਾਜ ਯਕੀਨ ਨਹੀਂ ਸੀ ਕਰਦੇ, ਪਰ ਕਈ ਸਿੰਘਾਂ ਦੇ ਮਨ ਵਿੱਚ ਸੀ ਵੀ ਮਹਾਰਾਜ ਨੂੰ ਯਕੀਨ ਕਰ ਲੈਣਾ ਚਾਹੀਦਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਖਾ ਵੀ ਦਿੱਤਾ ਸੀ ਵੀ ਇਹ ਧੋਖਾ ਕਰਨਗੇ। ਜਦੋਂ ਪੱਥਰਾਂ ਨਾਲ ਲੱਦੇ ਹੋਏ ਗੱਡੇ, ਟੁੱਟੀਆਂ ਜੁੱਤੀਆਂ, ਪਾਟੇ ਕੱਪੜੇ ਲੱਦ ਕੇ ਮਹਾਰਾਜ ਨੇ ਭੇਜੇ ਸੀ ਤੇ ਫਿਰ ਲੁੱਟਣ ਪੈ ਗਏ ਸੀ। ਇਸੇ ਤਰ੍ਹਾਂ ਪਹਿਲੀ ਵਾਰ ਇਹਨਾਂ ਨੇ ਕੀਤਾ। ਮਹਾਰਾਜ ਸਾਹਿਬ ਜਦੋਂ ਬਾਹਰ ਆਏ ਤੇ ਭੀਮ ਚੰਦ ਕਹਿੰਦਾ ਅਸੀਂ ਘੇਰਾ ਪਾ ਲਿਆ। ਸਿਓ ਆਪ ਕੋ ਪਹੁੰਚਿਓ ਜਬੈ। ਤਾਂ ਜਦੋਂ ਸਾਡਾ ਲਿਖਿਆ ਹੋਇਆ ਖੱਤ, ਸਾਡਾ ਲਿਖਿਆ ਹੋਇਆ ਪੱਤਰ ਪਾਤਸ਼ਾਹ ਜੀ ਤੁਹਾਨੂੰ ਪਹੁੰਚਿਆ ਹੈ, ਰੰਦ ਕਾ ਸੂਬਾ ਚੜ ਤਬੈ। ਤਾਂ ਸਰਹੰਦ ਦਾ ਜਿਹੜਾ ਸੂਬਾ ਹੈ ਉਹ ਉਸ ਵੇਲੇ ਚੜ੍ਹਾਈ ਕਰਕੇ ਆਇਆ ਹੈ। ਆਨ ਕਰ ਸੈਨ ਬਹਾਨੀ। ਤਾਂ ਉਹਦੇ ਨਾਲ ਜਿਹੜੀ ਮਹਾਨ ਸੈਨਾ ਸੀ, ਬਹੁਤ ਭਾਰੀ ਫੌਜ ਸੀ, ਉਹ ਸਾਡੀਆਂ ਫੌਜਾਂ ਦੇ ਨਾਲ ਆ ਕੇ ਮਿਲ ਗਈ ਸਹਾਇਤਾ ਲਈ। ਕਰਿਓ ਸਬਨ ਸਨ ਬਨ ਧਨ ਪਾਨੀ। ਤਾਂ ਉੱਥੇ ਫਿਰ ਸਾਰੇ ਜਿਹੜੇ ਸੀ ਉਹ ਬੜੀ ਮਸ਼ੱਕਤ ਦੇ ਨਾਲ ਲੜੇ, ਤਨ ਦੇ ਨਾਲ, ਧਨ ਦੇ ਨਾਲ, ਇਸ ਤਰ੍ਹਾਂ ਪੂਰੇ ਤਿਆਰ ਬਰ ਤਿਆਰ ਹੋ ਕੇ ਲੜਦੇ ਰਹੇ। ਸਨੇ ਸਨੇ ਸਤਰਵ ਕੇ ਪਾਰ। ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਸਤਲੁਜ ਦਰਿਆ ਤੋਂ ਪਾਰ ਹੋ ਗਏ। ਅਮਰਿਓ ਜਾਏ ਕਰਿਓ ਨਿਤਦਾਰ। ਤਾਂ ਉੱਥੇ ਜਾ ਕੇ ਜਿਹੜਾ ਪਾਉਂਟਾ ਸਾਹਿਬ ਨਗਰ ਹੈ, ਕਹਿੰਦੇ ਉੱਥੇ ਜਾ ਕੇ ਟਿਕਾਣਾ ਕੀਤਾ ਹੈ। ਤਕ ਦਿਵਸ ਬਿਤਾਵਨ ਕਰੇ। ਉੱਥੇ ਰਹਿ ਕੇ ਬੜਾ ਸਮਾਂ ਬਤੀਤ ਕੀਤਾ। ਨਕਲ ਗਏ ਦਲ ਨਿਜ ਨਿਜ ਘਰੇ। ਤਾਂ ਜਿਹੜੇ ਨਾਲ ਰਹਿੰਦੇ ਸਿੰਘ ਸੀ ਉਹ ਵੀ ਆਪਣੇ ਆਪਣੇ ਘਰਾਂ ਨੂੰ ਪਰਤ ਗਏ। ਮਨ ਔਚਕ ਚੜ ਕਰ ਤਤ
ਪਹਾੜੀ ਦਲ ਜਿਹੜੇ ਸੀ, ਬਾਦਸ਼ਾਹ ਦੀ ਫੌਜ ਵੀ ਉਹਨੇ ਹੀ ਮੁੜ ਜਾਣਾ ਸੀ। ਪਰ ਅਚਨਚੇਤ ਕਹਿੰਦੇ ਇੱਕ ਦਿਨ ਚੜ੍ਹਾਈ ਕਰਕੇ ਆ ਗਏ ਗ੍ਰਾਮ ਕਲਮੋਟ ਵਿਸਾਲਾ। ਤਾਂ ਜਿੱਥੇ ਕਹਿੰਦੇ ਕਲਮੋਟ ਨਗਰ ਹੈ ਬੜਾ ਭਾਰੀ, ਕੂਟ ਕੂਟ ਕਰ ਸਕਲ ਉਜਾੜੀ। ਉਹਨੂੰ ਸਾਰੇ ਨੂੰ ਲੁੱਟ ਲਿਆ, ਉਸ ਨਗਰ ਨੂੰ ਉਜਾੜ ਦਿੱਤਾ ਜਿਹੜਾ ਇਹਨਾਂ ਮੁਗਲਾਂ ਦਾ ਨਗਰ ਸੀ। ਤਕ ਮਾਨਵ ਦੀਨ ਸਮਾਰੀ। ਤਾਂ ਕਈ ਜਿਹੜੇ ਇਹਨਾਂ ਦੇ ਮੁਗਲਾਂ ਦੇ ਖਾਸ ਲੋਕ ਉੱਥੇ ਰਹਿੰਦੇ ਸੀ, ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਮਾਰ ਮੁਕਾਇਆ। ਆਨ ਅਨੰਦਪੁਰ ਮੈਂ ਤਬ ਬਰਿਓ। ਤਾਂ ਇਸ ਤਰ੍ਹਾਂ ਮੁਗਲਾਂ ਨੂੰ ਮਾਰਦੇ ਹੋਏ ਗੁਰੂ ਸਾਹਿਬ ਜੀ ਆ ਕੇ ਅਨੰਦਪੁਰ ਸਾਹਿਬ ਵਿੱਚ ਵੜ ਗਏ। ਫਿਰ ਉਦਮ ਅਦਿਕ ਉਠਾਵਨ ਕਰਿਓ। ਬੜੀ ਧੂਮ ਮਚਾਈ, ਆ ਕੇ ਬੜਾ ਰੌਲਾ ਮਚਿਆ ਸੀ। ਵੈ ਉਮਰਾਵ ਪੰਥ ਮਹਿ ਆਵਤ। ਤਾਂ ਰਸਤੇ ਵਿੱਚ ਆਉਂਦਿਆਂ ਆਪਣੇ ਜਿਹੜੇ ਦੋ ਜਰਨੈਲ ਸਨ, ਕਰਿਓ ਜਿਨਾ ਸੋ ਬੈਰ ਵਧਾਵਤ। ਤਾਂ ਉਹਨਾਂ ਦੇ ਨਾਲ ਬੜੇ ਵੈਰ ਦੇ ਨਾਲ, ਬੜੇ ਕ੍ਰੋਧ ਦੇ ਨਾਲ ਗੁਰੂ ਸਾਹਿਬ ਜੀ ਲੜੇ। ਕਹਿੰਦਾ ਏਕ ਪਟਿਓ ਗੁਰ ਸੋ ਮਿਲ ਗਇਓ। ਇੱਕ ਜਿਹੜਾ ਭੇਜਿਆ ਸੀ ਉਹ ਤਾਂ ਜਾ ਕੇ ਗੁਰੂ ਸਾਹਿਬ ਦੇ ਨਾਲ ਹੀ ਰਲ ਗਿਆ। ਆਦ ਬੇਗ ਤਿਨ ਢਿਗ ਸਿਤ ਭਇਓ। ਉਹਦਾ ਨਾਂ ਸੀ ਸੈਦ ਬੇਗ। ਉਹ ਵੀ ਗੁਰੂ ਸਾਹਿਬ ਦੇ ਕੋਲ ਹੀ ਰਹਿਣ ਲੱਗ ਪਿਆ, ਗੁਰੂ ਸਾਹਿਬ ਦਾ ਇਹ ਮੁਰੀਦ ਬਣ ਗਿਆ। ਔਰ ਸਵਾ ਲੱਖ ਸੈਨਾ ਸੰਗ। ਫਿਰ 1.25 ਲੱਖ ਫੌਜ ਦੇ ਨਾਲ ਦੁਬਾਰਾ। ਦਿਵਸ ਅਲਪ ਭੇ ਮਾਗਿਓ ਜੰਗ। ਥੋੜੇ ਦਿਨ ਬੀਤੇ ਸੀ, 1.25 ਲੱਖ ਫੌਜ ਦੇ ਨਾਲ ਫਿਰ ਦੁਬਾਰਾ ਚੜ੍ਹਾਈ ਕੀਤੀ, ਫਿਰ ਜੰਗ ਮਚਿਆ ਹੈ। ਸਭ ਰਾਜੇ ਮਿਲਕੈ ਤਿਸ ਕਾਲ। ਤਾਂ ਉਸ ਵੇਲੇ ਸਾਰੇ ਜਿਹੜੇ ਰਾਜੇ ਸੀ ਇਕੱਠੇ ਹੋ ਕਰਕੇ ਹੋਣ ਲਗਿਓ ਸੰਗਰਾਮ ਵਿਸਾਲ। ਸਾਰੇ ਇਕੱਠੇ ਚੜ੍ਹਾਈ ਕਰਕੇ ਗਏ। ਬੜਾ ਭਿਆਨਕ, ਬੜਾ ਭਾਰੀ ਯੁੱਧ ਹੋਣ ਲੱਗਿਆ। ਗੁਰੂ ਆਪ ਰਣ ਮੈਂ ਤਬ ਆਇਓ। ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਕਹਿੰਦੇ ਜੰਗ ਦੇ ਮੈਦਾਨ ਵਿੱਚ ਆਏ ਹਨ। ਸੈਦ ਖਾਨ ਦੇਖਤ ਬਿਕਲਾਇਓ। ਮਹਾਰਾਜ ਨੂੰ ਵੇਖ ਕੇ ਜਿਹੜਾ ਸੈਦ ਖਾਨ ਸੀ ਵਿਆਕੁਲ ਹੋ ਗਿਆ। ਉਹ ਬਹੁਤ ਜ਼ਿਆਦਾ ਦੁਬਿਧਾ ਦੇ ਵਿੱਚ ਆ ਗਿਆ। ਭਾਵ ਕਹਿ ਲਓ ਵਿਆਕੁਲ ਹੋ ਜਾਣਾ, ਕੋਈ ਸੁੱਧ ਬੁੱਧ ਨਾ ਰਹਿਣੀ, ਇੱਕਦਮ ਸੁੰਨ ਹੋ ਜਾਣਾ, ਇਸ ਤਰ੍ਹਾਂ ਹੋ ਗਿਆ। ਸ਼ਸਤਰ ਸ਼ੋਰ ਪਾਇਨ ਪਰ ਪਰਿਓ। ਤਾਂ ਉਹਨੇ ਆਪਣੇ ਸ਼ਸਤਰ ਜਿਹੜੇ ਸੀ ਸੁੱਟ ਦਿੱਤੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ। ਕਿਸ ਗਇਓ ਕਿ ਨਹੀਂ ਨਿਹਰਿਓ। ਤਾਂ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ, ਮੁੜ ਕੇ ਕਿਸੇ ਨੇ ਵੇਖਿਆ ਨਹੀਂ ਉਹਨੂੰ। ਉਹ ਜੰਗ ਕਰ ਲੂਟ ਮਚਾਈ। ਤਾਂ ਫਿਰ ਇਹਨਾਂ ਨੇ ਜੰਗ ਕੀਤਾ ਸੀ, ਅਸੀਂ ਇਹਨਾਂ ਦੇ ਨਾਲ ਲੜਾਈ ਕੀਤੀ, ਜੰਗ ਕੀਤਾ, ਅਸੀਂ ਵੀ ਬਹੁਤ ਲੁੱਟ ਮਚਾਈ। ਮਨਿਓ ਖਾਨ ਰਮਜ਼ਾਨ ਕਹਾਹੀ। ਤੇ ਜਿਹੜਾ ਰਮਜ਼ਾਨ ਖਾਨ ਜਰਨੈਲ ਸੀ ਇਹ ਫਿਰ ਉਸੇ ਜੰਗ ਦੇ ਵਿੱਚ ਮਾਰਿਆ ਗਿਆ। ਲਸ਼ਕਰ ਹਟ ਆਇਓ ਕੁਲ ਉਰੇ। ਤਾਂ ਸਾਡੀ ਜਿਹੜੀ ਫੌਜ ਸੀ, ਜਦੋਂ ਰਮਜ਼ਾਨ ਖਾਨ ਮਾਰਿਆ ਗਿਆ, ਸੈਦ ਖਾਨ ਗੁਰੂ ਦਾ ਮੁਰੀਦ ਹੋ ਗਿਆ, ਤਾਂ ਸਾਡੀ ਫੌਜ ਜਿਹੜੀ ਸੀ ਪਿੱਛੇ ਹਟ ਆਈ। ਹੋਏ ਪਟਪਾਰ ਸਿੰਘ ਤਬ ਪਰੀ। ਤਾਂ ਜਿਹੜੇ ਸਿੰਘ ਸੀ ਉਹ ਉਸ ਵੇਲੇ ਕਹਿੰਦੇ ਵੀ ਲਟੇਰਿਆਂ ਵਾਂਗੂ ਸਾਡੀ ਫੌਜ ਨੂੰ ਲੁੱਟਣ ਲੱਗੇ। ਨਾਸ਼ ਹਜ਼ਾਰੋਂ ਕੋ ਕਰ ਦੀਨ। ਇਸੇ ਤਰ੍ਹਾਂ ਮਾਰਦਿਆਂ ਸਾਡੇ ਹਜ਼ਾਰਾਂ ਸਿਪਾਹੀਆਂ ਨੂੰ ਖਤਮ ਕਰ ਦਿੱਤਾ। ਸ੍ਰੀ ਗੋਬਿੰਦ ਸਿੰਘ ਇਮ ਬਲ ਪੀਨ। ਤਾਂ ਇਹੋ ਜਿਹੇ ਬਲੀ ਸੂਰਮੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਹਮ ਹੋਏ ਦੁਖੀ ਪੁਕਾਰੂ ਆਏ। ਤਾਂ ਭੀਮ ਚੰਦ ਕਹਿੰਦਾ ਔਰੰਗੇ ਨੂੰ ਵੀ ਅਸੀਂ ਬੜੇ ਦੁਖੀ ਆ ਉਹਨਾਂ ਕੋਲੋਂ, ਅਸੀਂ ਤੁਹਾਡੇ ਕੋਲ ਪੁਕਾਰ ਲੈ ਕੇ ਆਏ ਹਾਂ। ਗਲ ਨੂੰ ਦਲ ਪਰ ਸਮਦਾਈ। ਤਾਂ ਕਿਰਪਾ ਕਰਕੇ ਆਪਣੀਆਂ ਫੌਜਾਂ ਭੇਜੋ, ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਲਓ ਜਾਂ ਉਹਨਾਂ ਨੂੰ ਖਤਮ ਕਰ ਦਿਓ। ਇਸ ਤਰ੍ਹਾਂ ਇਹ ਤਰਲੇ ਲੈ ਰਿਹਾ ਹੈ। ਦੋਹਰਾ ਭੀਮ ਚੰਦ ਕਰ ਬੰਦ ਕੈ ਬਣਿਓ ਸਕਲ ਅਹਵਾਲ। ਤਾਂ ਇਸ ਤਰ੍ਹਾਂ ਨਮਸਕਾਰ ਕਰਨ ਤੋਂ ਬਾਅਦ ਭੀਮ ਚੰਦ ਨੇ ਸਾਰਾ ਹਾਲ ਦੱਸਿਆ। ਹੁਕਮ ਮਾਲਕ ਹਮਰੇ ਸਦਾ ਕਰੋ ਆਪ ਪ੍ਰਤਿਪਾਲ। ਤਾਂ ਔਰੰਗਜ਼ੇਬ ਨੂੰ ਕਹਿੰਦਾ ਹੈ ਵੀ ਤੁਸੀਂ ਤਾਂ ਸਦਾ ਹੀ ਸਾਡੇ ਮਾਲਕ ਜੇ, ਕਿਰਪਾ ਕਰਕੇ ਸਾਡੀ ਰਖਵਾਲੀ ਕਰੋ, ਸਾਡੀ ਪਾਲਣਾ ਕਰੋ। ਆਓ ਭਾਈ ਸ੍ਰੀ ਨਾਨਕ ਗਾਦੀ ਪਰ ਬੈਠਾ। ਤਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਦਾ ਹੈ ਵੀ ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠਾ ਹੈ। ਹੁਕਮ ਚਲਾਵੇ ਸੁਰਪਤ ਜੈਸਾ। ਤੇ ਗੱਦੀ ਦਾ ਸੀ ਫਕੀਰਾਂ ਦੀ, ਗੁਰੂਆਂ ਦੀ, ਪਰ ਹੁਕਮ ਇਹ ਚਲਾਉਂਦਾ ਰਾਜਿਆਂ ਵਾਂਗੂ। ਆਪ ਤਿਸ ਤੇ ਕੀਜਾ ਰਖਵਾਰੀ। ਕਿਰਪਾ ਕਰਕੇ ਹੁਣ ਤੁਸੀਂ ਸਾਡੀ ਰਖਵਾਲੀ ਕਰੋ ਉਹਦੇ ਕੋਲੋਂ। ਨਤ ਦਹਿ ਗਿਰ ਦੀਨ ਉਜਾਰੀ। ਤਾਂ ਨਹੀਂ ਤਾਂ ਉਹਨੇ ਸਾਡੇ ਜਿਹੜੇ ਪਹਾੜੀ ਰਾਜ ਨੇ,
ਜਿੰਨਾ ਸਾਡਾ ਦੂਣ ਦਾ ਇਲਾਕਾ ਹੈ ਇਹ ਸਾਰਾ ਉਜਾੜ ਦੇਣਾ ਹੈ। ਕਾਰਜ ਹਮਰੋ ਕਰਿਓ। ਸਾਡਾ ਤਾਂ ਰਾਜ ਭਾਗ ਹੀ ਨਿਕੰਮਾ ਕਰਕੇ ਰੱਖ ਦਿੱਤਾ। ਨਾ ਸਾਡੇ ਕੋਲ ਫੌਜ ਰਹੀ, ਨਾ ਧਨ ਰਿਹਾ ਉਹਨਾਂ, ਨਾ ਸਾਡਾ ਹੁਕਮ ਚੱਲਦਾ, ਤਾਂ ਸਾਡਾ ਰਾਜ ਤਾਂ ਸਾਰਾ ਇਹਨਾਂ ਨੇ ਨਿਕੰਮਾ ਕਰ ਦਿੱਤਾ ਹੈ। ਤਾਂ ਇਹਨਾਂ ਨੇ ਤਾਂ ਸਾਰੇ ਪਾਸੇ ਲੁੱਟਮਾਰ ਹੀ ਕੀਤੀ ਹੋਈ ਹੈ। ਲੁੱਟਮਾਰ ਤੋਂ ਬਿਨਾਂ ਤਾਂ ਕਹਿੰਦਾ ਦੂਜਾ ਕੋਈ ਕੰਮ ਹੀ ਨਹੀਂ ਕਰਦੇ। ਤਾਂ ਅਸੀਂ ਤਾਂ ਗੁਰੂ ਸਾਹਿਬ ਦੇ ਨਾਲ ਤੇ ਗੁਰੂ ਦੀਆਂ ਫੌਜਾਂ ਦੇ ਨਾਲ ਬੜੇ ਲੰਬੇ ਸਮੇਂ ਤੋਂ ਲੜਦੇ ਲੜਦੇ ਹਾਰ ਗਏ ਹਾਂ। ਤਾਂ ਅਸੀਂ ਤਾਂ ਲਾਚਾਰ ਹੋ ਗਏ ਹਾਂ, ਸਾਡਾ ਕੋਈ ਚਾਰਾ ਨਹੀਂ ਚੱਲਦਾ। ਇਸ ਕਰਕੇ ਅਸੀਂ ਹੁਣ ਤੁਹਾਡੇ ਕੋਲ ਇੱਥੇ ਆਏ ਹਾਂ। ਹੁਣ ਜੇ ਤੁਸੀਂ ਕਿਤੇ ਸਾਡੇ ਨਾਲ ਵੱਡੀ ਫੌਜ ਭੇਜ ਦਿਓ, ਭਾਰੀ ਦਲ ਫੌਜਾਂ ਦਾ ਭੇਜ ਦਿਓ, ਤਾਂ ਸਾਡੇ ਨਾਲ ਤੋਪਾਂ ਜੰਬੂਰੇ ਇਸ ਤਰ੍ਹਾਂ ਜੰਗ ਦਾ ਜਿਹੜਾ ਸਾਜੋ ਸਮਾਨ ਹੈ ਉਹ ਭੇਜ ਦੇਵੋ। ਕਿਉਂਕਿ ਇਕੱਲੀ ਥੋੜੀ ਜਿਹੀ ਫੌਜ ਦੇ ਨਾਲ ਗੱਲ ਨਹੀਂ ਬਣਨੀ। ਥੋੜੀ ਫੌਜ ਕੁਝ ਨਹੀਂ ਵਿਗਾੜ ਸਕਦੀ। ਇਸ ਕਰਕੇ ਸਾਜੋ ਸਮਾਨ ਵੀ ਨਾਲ ਬਹੁਤਾ ਚਾਹੀਦਾ ਹੈ। ਥੋੜੀ ਫੌਜ ਦੇ ਨਾਲ ਕੰਮ ਨਹੀਂ ਚੱਲਦਾ। ਥੋੜੀ ਫੌਜ ਤੋਂ ਤਾਂ ਗੁਰੂ ਸਾਹਿਬ ਡਰਦੇ ਨਹੀਂ ਕਹਿੰਦਾ। ਇਸ ਕਰਕੇ ਫੌਜਾਂ ਭੇਜੋ, ਤੋਪਾਂ ਜਮੂਰੇ ਭੇਜੋ, ਤੇ ਜਾ ਕੇ ਗੁਰੂ ਸਾਹਿਬ ਨੂੰ ਜਾਂ ਤਾਂ ਗ੍ਰਿਫਤਾਰ ਕਰ ਲਓ ਤੇ ਜਾਂ ਜੰਗ ਦੇ ਵਿੱਚ ਮਾਰ ਦਿਓ। ਫਿਰ ਜਾ ਕੇ ਆਪਣੇ ਸਾਰੇ ਕਾਰਜ ਰਾਸ ਹੋਣੇ ਜੇ। ਗੁਰੂ ਸਾਹਿਬ ਨੂੰ ਖਤਮ ਕਰਕੇ ਹੀ ਆਪਣੇ ਕਾਰਜ ਹੋਣੇ ਹਨ ਸਾਰੇ। ਤਾਂ ਜਦੋਂ ਮਹਾਰਾਜ ਦੇ ਬਾਰੇ ਸੁਣਿਆ, ਸਤਿਗੁਰਾਂ ਦੀਆਂ ਅਜਬਤਾਂ ਨੂੰ ਸੁਣ ਕੇ, ਮਹਾਰਾਜ ਦੇ ਬਲ ਨੂੰ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਵੀ ਹੈਰਾਨ ਹੋ ਗਿਆ ਹੈ। ਕਹਿੰਦੇ ਇਸਨੇ ਇਸ ਤਰ੍ਹਾਂ ਕਰਨ ਦਾ ਸੋਚਿਆ ਹੋਇਆ ਵੀ ਭਾਵ ਮੇਰੇ ਨਾਲ ਜੰਗ ਕਰਨ ਦਾ, ਮੈਂ ਦਿੱਲੀ ਦੇ ਤਖਤ ਦਾ ਮਾਲਕ ਮੇਰੇ ਨਾਲ ਲੜਨ ਦੀ ਸੋਚੀ ਬੈਠੇ ਹਨ। ਤਾਂ ਇਸ ਕਰਕੇ ਇਹ ਜਿਹੜਾ ਕੰਮ ਹੈ ਇਹ ਥੋੜਿਆਂ ਕੋਲੋਂ ਰਾਸ ਨਹੀਂ ਹੋਣਾ। ਇਹ ਥੋੜਿਆਂ ਦੇ ਕਾਬੂ ਆਉਣ ਵਾਲਾ ਗੁਰੂ ਨਹੀਂ ਹੈ। ਇਹ ਨਹੀਂ ਸਾਡੇ ਥੋੜਿਆਂ ਕੋਲੋਂ ਕਾਬੂ ਆ ਸਕਦਾ। ਇਹ ਨਹੀਂ ਥੋੜਿਆਂ ਕੋਲੋਂ ਦਬਾਇਆ ਜਾ ਸਕਦਾ। ਉਹ ਗੁਰੂ ਕਲਗੀਧਰ ਪਾਤਸ਼ਾਹ ਜਿਹਦੇ ਮਨ ਨੂੰ ਲੱਗਦਾ ਹੀ ਇਹ ਚੰਗਾ ਮਰਨਾ ਜਾਂ ਮਾਰਨਾ, ਜਿਹੜਾ ਜੰਗ ਦੇ ਮੈਦਾਨ ਵਿੱਚ ਮਾਰਨਾ ਵੀ ਜਾਣਦਾ ਤੇ ਆਪ ਵੀ ਅੱਗੇ ਹੋ ਕੇ ਸ਼ਹੀਦੀ ਪਾਉਣ ਦੀ ਇੱਛਾ ਰੱਖਦਾ। ਸੂਰਮਾ ਸਾਧ ਸੰਗਤ ਜੀ ਉਹ ਹੁੰਦਾ ਜਿਹੜਾ ਮਾਰ ਵੀ ਸਕਦਾ ਤੇ ਆਪ ਵੀ ਮਰ ਸਕਦਾ। ਜਿਹੜਾ ਇਕੱਲਾ ਸੋਚਦਾ ਨਾ ਮੈਂ ਕਿਸੇ ਨੂੰ ਮਾਰਦਾ ਆਪ ਨਾ ਮਰਾਂ, ਉਹ ਸੂਰਮਾ ਨਹੀਂ ਹੁੰਦਾ। ਤਾਂ ਸੂਰਮੇ ਦੇ ਵਿੱਚ ਦੋਵੇਂ ਗੱਲਾਂ ਹੁੰਦੀਆਂ। ਜੇ ਕਿਸੇ ਨੂੰ ਮਾਰ ਸਕਦਾ ਤੇ ਆਪ ਵੀ ਮੌਤ ਤੋਂ ਡਰਦਾ ਨਹੀਂ, ਤਾਂ ਕਹਿੰਦਾ ਵੀ ਉਹਦੇ ਨਾਲ ਕਿੱਦਾਂ ਲੜ ਲਾਂਗੇ। ਜਿਹੜਾ ਮੌਤ ਤੋਂ ਹੀ ਨਹੀਂ ਡਰਦਾ, ਜਿਹਦੇ ਮਨ ਅੰਦਰ ਮਰਨ ਮਰਾਉਣ ਦਾ, ਜੰਗ ਕਰਨ ਦਾ ਬੜਾ ਚਾਅ ਹੈ, ਜਿਹਨੇ ਮੇਰਾ ਬੜਾ ਵੱਡਾ ਜਰਨੈਲ ਪੈਂਡੇ ਖਾਨ ਆਪਣੇ ਤੀਰਾਂ ਦੇ ਨਾਲ ਮਾਰ ਸਿੱਟਿਆ, ਤੇ ਵਜੀਦ ਖਾਨ ਜਿਹਦੇ ਕੋਲੋਂ ਡਰ ਕੇ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ ਹੋਵੇ। ਸੈਦ ਬੇਗ ਤੇ ਸੈਦੇ ਖਾਨ ਵਰਗੇ ਜਿਹੜੇ ਜਰਨੈਲ ਸਨ, ਉਸ ਪੀਰ ਨੂੰ, ਉਸ ਗੁਰੂ ਨੂੰ, ਕਲਗੀਧਰ ਪਾਤਸ਼ਾਹ ਨੂੰ ਆਪਣਾ ਗੁਰੂ ਮੰਨ ਕੇ ਜਿਹੜੇ ਉਹਦੇ ਚੇਲੇ ਬਣ ਗਏ, ਮੁਰੀਦ ਬਣ ਗਏ, ਜਿਹੜੇ ਗੁਰੂ ਦੇ ਡਰ ਤੋਂ ਮੇਰੀ 1.25 ਲੱਖ ਫੌਜ ਪਿੱਛੇ ਨੂੰ ਭੱਜ ਆਈ, ਤੇ ਜਿਨੇ ਬਹੁਤਾ ਜੰਗ ਦਾ ਸਮਾਨ ਵੀ ਲਿਟਾ ਦਿੱਤਾ। 10 ਬੰਦੇ ਖੜੇ ਹੋਣ ਤਾਂ 2-4 ਬੰਦੇ ਉਤਾਂ ਤੋਂ ਕੋਈ ਚੀਜ਼ ਨਹੀਂ ਖੋ ਸਕਦੇ। ਗੁਰੂ ਦੇ ਖਾਲਸੇ ਅੰਦਰ ਸਪਿਰਿਟ ਇਹੋ ਜਿਹਾ ਭਰਿਆ। ਮਹਾਰਾਜ ਨੇ ਕਹਿੰਦਾ ਵੀ 1.25 ਲੱਖ ਫੌਜ ਸੀ ਤੇ ਗਿਣਤੀ ਦੇ ਸਿੰਘ ਆ ਕੇ ਤੋਪਾਂ ਵੀ ਖੋਹ ਕੇ ਲੈ ਗਏ, ਇਹਨਾਂ ਦੇ ਨੇਜੇ ਤਲਵਾਰਾਂ ਵੀ ਖੋਹ ਕੇ ਲੈ ਗਏ। ਦੱਸੋ ਸੂਰਮੇ ਦੀ ਏਡੋ ਵੱਡੀ ਬੇਇੱਜ਼ਤੀ ਕੀ ਹੋ ਸਕਦੀ, ਜਿਹੜਾ ਜੰਗ ਦੇ ਮੈਦਾਨ ਵਿੱਚ ਗਿਆ ਹੋਵੇ ਤੇ ਉਹਦੀ ਤਲਵਾਰ ਖੋਲੇ ਕੋਈ। ਇਹ ਸਭ ਤੋਂ ਵੱਡੀ ਬੇਇੱਜ਼ਤੀ ਹੁੰਦੀ ਸੂਰਮੇ ਦੀ। ਜੰਗ ਦੇ ਵਿੱਚ ਮਾਰਿਆ ਜਾਣਾ
ਇਹ ਸੂਰਮੇ ਦਾ ਬੜਾ ਵੱਡਾ ਸਤਿਕਾਰ ਹੁੰਦਾ। ਜੇ ਕੋਈ ਜੰਗ ਦੇ ਵਿੱਚ ਲੜਦਾ ਮਾਰਿਆ ਜਾਂਦਾ ਉਹ ਨੀਵਾਂ ਨਹੀਂ ਹੁੰਦਾ, ਉਹ ਤਾਂ ਉੱਚਾ ਹੋ ਜਾਂਦਾ। ਜੰਗ ਦੇ ਵਿੱਚੋਂ ਭੱਜਣ ਵਾਲੇ ਦਾ ਬੜਾ ਅਪਮਾਨ ਹੁੰਦਾ, ਤੇ ਜਿਹਦਾ ਸ਼ਸਤਰ ਖੋਲਿਆ ਜਾਵੇ ਉਹਦੇ ਤਾਂ ਪੱਲੇ ਕੱਖ ਨਹੀਂ ਰਹਿੰਦਾ। ਤਾਂ ਕਹਿੰਦਾ ਵੀ ਮੇਰੀ ਲੱਖਾਂ ਦੀ ਫੌਜ ਦੇ ਕੋਲੋਂ ਜੰਗ ਦਾ ਸਮਾਨ ਖੋਲਿਆ ਗੁਰੂ ਦੇ ਖਾਲਸੇ ਨੇ। ਤਾਂ ਇਸ ਤਰ੍ਹਾਂ ਨਾ ਹੋਵੇ ਅੱਗੇ ਜਾ ਕੇ ਹੋਰ ਵੀ ਫਤੂਰ ਮਚਾ ਦੇਵੇ, ਹੋਰ ਵੀ ਜ਼ਿਆਦਾ ਝਗੜੇ ਰੌਲੇ ਪਾ ਦੇਵੇ ਮੇਰੇ ਰਾਜ ਵਿੱਚ। ਅੱਜ ਤਾਂ ਅਨੰਦਪੁਰ ਸਾਹਿਬ ਬੈਠਾ ਲੜ ਰਿਹਾ, ਪਹਾੜੀ ਰਾਜਿਆਂ ਨਾਲ ਲੜ ਰਿਹਾ। ਕਿਤੇ ਕੱਲ ਨੂੰ ਇਹ ਨਾ ਹੋਵੇ ਲੜਦਾ ਲੜਦਾ ਦਿੱਲੀ ਤੱਕ ਆ ਪਹੁੰਚੇ, ਕਿਤੇ ਇਹ ਨਾ ਹੋਵੇ ਵੀ ਮੇਰਾ ਰਾਜ ਭਾਗ ਖੋਲੇ, ਮੇਰਾ ਸਾਰਾ ਦੇਸ਼ ਉਹਦੀ ਕਮਾਂਡ ਦੇ ਹੇਠਾਂ, ਉਹਦੇ ਰਾਜ ਦੇ ਹੇਠਾਂ ਆ ਜਾਵੇ। ਤਾਂ ਇਸ ਤਰ੍ਹਾਂ ਮਨ ਦੇ ਵਿੱਚ ਸੋਚਦਾ ਵੀ ਮੈਂ ਆਪਣੇ ਬੰਦੇ ਭੇਜੇ ਸੀ, ਮੈਂ ਸੁਨੇਹਾ ਵੀ ਭੇਜਿਆ ਸੀ, ਆਪਣੇ ਕੋਲ ਬੁਲਾਇਆ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦਾ ਮੇਰੇ ਕੋਲ ਆਏ ਨਹੀਂ। ਤਾਂ ਇਸ ਤਰ੍ਹਾਂ ਇਹ ਜਿਹੜਾ ਪੰਥ ਹੈ ਗੁਰੂ ਦਾ ਖਾਲਸਾ ਪੰਥ, ਇਹਦਾ ਰੋਜ਼ ਹੀ ਹਜ਼ਾਰਾਂ ਹੀ ਸਿੱਖ ਜਿਹੜੇ ਨੇ ਸ਼ਾਮਲ ਹੋਈ ਜਾਂਦੇ ਇਹਦੇ ਵਿੱਚ, ਇਹਦਾ ਨਿਤ ਪ੍ਰਤ ਵੱਧਦਾ ਜਾਂਦਾ ਹੈ। ਤੇ ਜਿਹੜਾ ਵੀ ਸਿੱਖ ਬਣ ਜਾਂਦਾ ਤਲਵਾਰਾਂ ਚੁੱਕ ਲੈਂਦਾ, ਬਰਛੇ ਚੁੱਕ ਲੈਂਦਾ, ਤੇ ਜੰਗ ਦੇ ਮੈਦਾਨ ਦੇ ਵਿੱਚ ਕਹਿੰਦਾ ਮੇਰੀਆਂ ਫੌਜਾਂ ਨੂੰ ਮਾਰਦੇ ਹਨ। ਉਸ ਵੇਲੇ ਬੜਾ ਕ੍ਰੋਧ ਕਰਕੇ ਇਹਨੇ ਆਖਿਆ ਹੈ, ਕਹਿਣ ਲੱਗਾ ਜਿਹੜੀ ਮੇਰੀ ਦਿੱਲੀ ਦੇ ਵਿੱਚ ਫੌਜ ਹੈ, ਜਿਹੜੀ ਰਿਜ਼ਰਵ ਰੱਖੀ ਹੁੰਦੀ ਫੌਜ, ਜਿੱਦਾਂ ਆਪਣੇ ਕਹਿ ਦਿੰਦੇ ਨਾ CRPF, ਸੈਂਟਰਲ ਰਿਜ਼ਰਵ ਪੁਲਿਸ ਫੋਰਸ, ਇੱਦਾਂ ਇੱਕ ਫੌਜ ਹੁੰਦੀ ਹੈ ਜਿਹੜੀ ਸਰਹੱਦਾਂ ਦੀ ਰਾਖੀ ਕਰਦੀ ਹੈ। ਇੱਕ ਹੁੰਦੀ ਆ ਜਿਹਨੇ ਜੰਗ ਤੇ ਜਾਣਾ, ਮੁਹਿੰਮ ਤੇ ਜਾਣਾ, ਤੇ ਇੱਕ ਹੁੰਦੀ ਆ ਜਿਹੜੀ ਅੰਦਰੂਨੀ ਝਗੜੇ ਜਿਹੜੇ ਨੇ ਉਹਨਾਂ ਵਿੱਚ ਲੜਦੀ ਹੈ। ਤਾਂ ਦਿੱਲੀ ਦੇ ਵਿੱਚ, ਸਰਹੰਦ ਦੇ ਵਿੱਚ, ਲਾਹੌਰ ਦੇ ਵਿੱਚ, ਇਸ ਤਰ੍ਹਾਂ ਸੂਬਿਆਂ ਦੇ ਵਿੱਚ, ਕਿਲਿਆਂ ਦੇ ਵਿੱਚ ਫੌਜ ਰੱਖੀ ਹੁੰਦੀ ਸੀ, ਜਿਹਨੂੰ ਅੱਜ ਕੱਲ੍ਹ ਆਪਾਂ ਰਿਜ਼ਰਵ ਫੋਰਸ ਕਹਿੰਦੇ ਆ। ਤਾਂ ਕਹਿੰਦਾ ਜਿਹੜੀ ਮੇਰੀ ਫੌਜ ਦਿੱਲੀ ਦੇ ਵਿੱਚ ਹੈ, ਉਹ ਜਿਹੜੀ ਫੌਜ ਆ ਸਾਰੀ ਪਹਾੜੀ ਰਾਜਿਆਂ ਦੇ ਨਾਲ ਚਲੀ ਜਾਵੇ, ਤਾਂ ਜਾ ਕੇ ਅਨੰਦਪੁਰ ਸਾਹਿਬ ਦੇ ਉੱਤੇ ਚੜ੍ਹਾਈ ਕਰ ਦਿਓ। ਤਾਂ ਸਰਹੰਦ ਦਾ ਜਿਹੜਾ ਸੂਬਾ ਹੈ ਉਹਦੇ ਕੋਲ ਵੀ ਕਹਿੰਦਾ ਬੜੀ ਤਾਕਤ ਵਾਲਾ ਦਲ ਹੈ, ਬੜੀ ਭਾਰੀ ਫੌਜ ਹੈ, ਉਹ ਵੀ ਤੁਹਾਡੇ ਨਾਲ ਗੁਰੂ ਗੋਬਿੰਦ ਸਿੰਘ ਦੇ ਚੜ੍ਹਾਈ ਕਰਕੇ ਜਾਵੇਗਾ। ਤਾਂ ਉਧਰ ਲਾਹੌਰ ਦੀ ਦਿਸ਼ਾ ਵੱਲ ਵੀ ਜਿੱਥੇ ਕਿੱਥੇ ਸਾਡੀ ਫੌਜ ਹੈ, ਲਾਹੌਰ ਦੇ ਵਿੱਚ ਵੀ ਬੜੀ ਫੌਜ ਸੀ, ਕਿਉਂਕਿ ਇਹ ਵੀ ਸੂਬਾ ਸੀ ਇੱਕ। ਤਾਂ ਕਹਿੰਦਾ ਜਿੰਨੀ ਵੀ ਕਿਤੇ ਕਿਤੇ ਮੇਰੀ ਫੌਜ ਬੈਠੀ ਹੈ, ਤਾਂ ਉਹ ਸਾਰੀ ਫੌਜ ਨੂੰ ਕਹਿੰਦੇ ਵੀ ਜ਼ਬਰਦਸਤ ਖਾਨ ਜਿਹੜਾ ਜਰਨੈਲ ਹੈ ਲਾਹੌਰ ਦਾ ਫੌਜਦਾਰ, ਉਹ ਆਪਣੇ ਨਾਲ ਲੈ ਕੇ ਚੱਲੇ। ਸਾਰੇ ਸੂਬੇ ਰਲ ਕੇ ਵੇਖੋ ਕਿੱਥੋਂ ਕਿੱਥੋਂ ਫੌਜਾਂ ਆ ਰਹੀਆਂ, ਲਾਹੌਰ ਤੋਂ, ਸਰਹੰਦ ਤੋਂ, ਦਿੱਲੀ ਤੋਂ, 22 ਧਾਰ ਦੀਆਂ ਫੌਜਾਂ। ਇਸ ਤਰ੍ਹਾਂ ਕਹਿੰਦਾ ਸਾਰੀਆਂ ਫੌਜਾਂ ਇਕੱਠੀਆਂ ਹੋ ਕੇ ਗੁਰੂ ਸਾਹਿਬ ਵੱਲ ਨੂੰ ਚੜ੍ਹਾਈ ਕਰ ਦੇਣ। ਇਹ ਤਾਂ ਅਟਕ ਦਰਿਆ ਵਰਗੀ ਫੌਜ ਬਣ ਜੇਗੀ, ਇੰਨੀ ਵੱਡੀ ਫੌਜ ਹੋ ਜੇਗੀ। ਜਿੱਦਾਂ ਕਹਿੰਦੇ ਅਟਕ ਦਰਿਆ ਨਹੀਂ ਸੀ ਨਾ ਪਾਰ ਕੀਤਾ ਜਾਂਦਾ, ਬੜਾ ਵੱਡਾ ਸੀ, ਤੇ ਉਹ ਵੀ ਖਾਲਸੇ ਦੇ ਚਰਨ ਚੁੰਮ ਕੇ ਮੁੜ ਗਿਆ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪਾਰ ਕੀਤਾ। ਅਟਕ ਵੀ ਸਿੰਘਾਂ ਦੇ ਅੱਗੇ ਅੜ ਨਹੀਂ ਸਕਿਆ, ਜਿਹਨੂੰ ਕਹਿੰਦੇ ਸੀ ਅਟਕ, ਅਟਕ ਦਾ ਭਾਵ ਸੀ ਅੜਨਾ, ਜਿਹਨੂੰ ਪਾਰ ਹੀ ਨਹੀਂ ਸੀ ਕੀਤਾ ਜਾਂਦਾ, ਬੰਦਾ ਅੜ ਜਾਂਦਾ ਸੀ ਉੱਥੇ ਹੀ। ਤਾਂ ਕਹਿੰਦਾ ਮੇਰੀ ਫੌਜ ਅਟਕ ਵਰਗੀ ਬਣ ਗਈ, ਏਡੀ ਵੱਡੀ। ਜਦੋਂ ਔਰੰਗਜ਼ੇਬ ਨੇ ਇਸ ਤਰ੍ਹਾਂ ਹੁਕਮ ਕੀਤਾ ਹੈ, ਤਾਂ ਬੜੇ ਬੜੇ ਤਰ੍ਹਾਂ ਦੇ ਪੱਤਰ ਲਿਖੇ ਸੂਬਿਆਂ ਨੂੰ ਵੀ ਫੌਜਾਂ ਲੈ ਕੇ ਜਾਓ। ਭੀਮ ਚੰਦ ਨੂੰ ਚਾਅ ਚੜ ਗਿਆ ਵੀ ਚਲੋ ਅੱਗੇ ਇਕੱਲੇ ਜਾ ਕੇ ਕੁੱਟ ਖਾਨੇ ਸਾਂ, ਹੁਣ ਨਾਲ ਹੋਰ ਰਲ ਗਏ। ਗੱਲ ਤਾਂ ਇਹੋ ਹੀ ਹੈ, ਜਿੱਥੇ 1.25 ਲੱਖ ਫੌਜ ਚੜ੍ਹਾ ਕੇ ਵੇਖ ਲਿਆ ਬਣਿਆ ਕੱਖ ਨਹੀਂ।
ਫਿਰ ਖਾੜੀ ਕੋਟੇ ਭਾਵੇਂ 10 ਜਾਣੇ ਖਾ ਲੈਣ ਤੇ ਭਾਵੇਂ 10,000 ਜਾ ਕੇ। ਪਰ ਇਹਦੇ ਮਨ ਦੇ ਵਿੱਚ ਚਾਅ ਚੜ ਗਿਆ ਵੀ ਏਡੀ ਵੱਡੀ ਫੌਜ ਸ਼ਾਇਦ ਐਤਕੀ ਜਿੱਤ ਜੀਏ। ਤਾਂ ਬਹੁਤ ਜ਼ਿਆਦਾ ਖੁਸ਼ ਹੋਇਆ ਭੀਮ ਚੰਦ। ਤਾਂ ਇਸ ਤਰ੍ਹਾਂ ਇਹਨੇ ਉਸ ਵੇਲੇ ਹੱਥ ਜੋੜ ਕੇ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਆਖਿਆ ਹੈ, ਕਹਿਣ ਲੱਗਾ ਬਾਦਸ਼ਾਹ ਜੀ, ਜਦੋਂ ਐਡੀ ਭਾਰੀ ਫੌਜ ਚੱਲੇਗੀ, ਕੂਚ ਕਰੇਗੀ, ਅਸੀਂ ਵੀ ਉਨੇ ਚਿਰ ਨੂੰ ਜਾ ਕੇ ਆਪਣੇ ਦੇਸ਼ ਦੇ ਵਿੱਚੋਂ, ਆਪਣੇ ਰਾਜ ਦੇ ਵਿੱਚੋਂ ਬੰਦੇ ਇਕੱਠੇ ਕਰ ਲਾਂਗੇ। ਅਸੀਂ ਵੀ ਦੁਬਾਰਾ ਫੌਜ ਜੋੜ ਲਾਂਗੇ। ਇੱਕ ਵਾਰੀ ਆਪਾਂ ਸਾਰੇ ਇਕੱਠੇ ਹੋ ਕੇ ਜ਼ੋਰ ਮਾਰ ਲਈਏ। ਜਿਹੜਾ ਸਾਡਾ ਵੈਰੀ ਬਣਿਆ ਬੈਠਾ ਗੁਰੂ ਕਲਗੀਧਰ, ਕਹਿੰਦਾ ਉਹਨੂੰ ਜ਼ੋਰ ਪਾ ਕੇ ਦੇਸ਼ ਦੇ ਵਿੱਚੋਂ ਬਾਹਰ ਕੱਢ ਦਈਏ। ਪਰ ਜੇ ਤੁਸੀਂ ਉਪਰਾਲਾ ਨਾ ਕਰਦੇ, ਤੁਸੀਂ ਇਹ ਯਤਨ ਨਾ ਕਰਦੇ, ਤਾਂ ਸਾਡੇ ਨਾਲ ਤਾਂ ਪਤਾ ਨਹੀਂ ਕਿੰਨਾ ਚਿਰ ਉਹਨੇ ਲੜੀ ਜਾਣਾ ਸੀ। ਅਸੀਂ ਤਾਂ ਹਰਾ ਹੀ ਨਹੀਂ ਸੀ ਸਕਦੇ। ਤਾਂ ਉਹ ਤਾਂ ਨਿਤ ਪ੍ਰਤ ਵੱਧਦਾ ਹੀ ਜਾਂਦਾ, ਰੋਜ਼ ਆਪਣੀ ਫੌਜ ਵਧਾਈ ਜਾਂਦਾ। ਇੱਕ ਵੇਖੋ ਗੁਰੂ ਸਾਹਿਬ ਦਾ ਸੁਭਾਅ ਏ, ਪਹਾੜੀਆਂ ਦੀ ਫੌਜ ਮਾਰੀ ਜਾਂਦੀ ਹੈ, ਰਾਜੇ ਭੱਜ ਕੇ ਆਪਣੇ ਮਹਿਲਾਂ ਵਿੱਚ ਚਲੇ ਜਾਂਦੇ ਨੇ, ਪਰ ਕਦੇ ਵੀ ਗੁਰੂ ਸਾਹਿਬ ਦੀ ਫੌਜ ਦੁਬਾਰਾ ਚੜ੍ਹਾਈ ਕਰਕੇ ਨਹੀਂ ਗਈ। ਜਦੋਂ ਇੱਕ ਵਾਰੀ ਇੱਕ ਫੌਜ ਅੱਧਿਓਂ ਜ਼ਿਆਦਾ ਮਾਰੀ ਜੇ ਨਾ, ਤਾਂ ਜਿਹੜਾ ਵੈਰੀ ਦਲ ਹੁੰਦਾ ਉਹਦੇ ਕਿਲੇ ਵਿੱਚ ਆ ਵੜਦਾ, ਦੁਬਾਰਾ ਘਰ ਵਿੱਚ ਵੜ ਕੇ ਮਾਰ ਦਿੰਦੇ ਉਹਨਾਂ ਨੂੰ। ਪਰ ਗੁਰੂ ਸਾਹਿਬ ਕਦੀ ਕਿਸੇ ਤੇ ਚੜ੍ਹਾਈ ਨਹੀਂ ਕਰਕੇ ਗਏ। ਉਹ ਭਾਵੇਂ ਥੋੜ੍ਹੇ ਹੋ ਗਏ ਗਿਣਤੀ ਵਿੱਚ ਜੰਗ ਵਿੱਚੋਂ ਭੱਜ ਕੇ, ਪਰ ਗੁਰੂ ਨੇ ਆਏ ਦਾ ਜਵਾਬ ਦਿੱਤਾ, ਆਪ ਕਿਸੇ ਤੇ ਵਾਧਾ ਨਹੀਂ ਕੀਤਾ। ਤਾਂ ਇਹ ਕਹਿੰਦੇ ਵੀ ਗੁਰੂ ਸਾਹਿਬ ਰੋਜ਼ ਹੀ ਫੌਜਾਂ ਵਧਾਈ ਜਾਂਦੇ ਹਨ। ਤਾਂ ਜੇਕਰ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ, ਤਾਂ ਇੱਕ ਦਿਨ ਤੁਹਾਡੇ ਬਰਾਬਰ ਆ ਕੇ ਉਹ ਲੜੇਗਾ। ਇਸ ਕਰਕੇ ਤੁਸੀਂ ਵੀ ਇਸ ਗੱਲ ਦੀ ਵਿਚਾਰ ਕਰੋ ਵੀ ਜਿੱਥੇ ਸਾਡੇ ਰਾਜ ਨੂੰ ਖਤਰਾ, ਤੁਹਾਡੇ ਤਖਤ ਨੂੰ ਵੀ ਖਤਰਾ ਹੈ। ਤਾਂ ਤੁਹਾਡੇ ਨਾਲ ਵੀ ਕਿਸੇ ਦਿਨ ਤਲਵਾਰ ਦੇ ਨਾਲ ਸਾਹਮਣਾ ਜੰਗ ਹੋਏਗਾ। ਅਜੇ ਤਾਂ ਵੈਰੀ ਬਹੁਤ ਥੋੜੇ ਨੇ, ਜਾ ਕੇ ਫੜ ਲਈਏ ਜਾਂ ਮਾਰ ਦਈਏ, ਪਰ ਜੇ ਵਾਧੇ ਗਏ ਤੇ ਸਾਡੇ ਵੱਸੋਂ ਗੱਲ ਬਾਹਰ ਹੋ ਜਾਣੀ ਹੈ। ਤਾਂ ਉਦੋਂ ਇਹਨਾਂ ਦੀਆਂ ਗੱਲਾਂ ਸੁਣ ਕੇ ਪਹਾੜੀ ਰਾਜਿਆਂ ਦੀਆਂ, ਇਹ ਜਿਹੜਾ ਚਵਗਤਾ ਭਾਵ ਮੁਗਲਾਂ ਦਾ ਰਾਜਾ ਔਰੰਗਜ਼ੇਬ ਹੈ, ਇਹ ਤਪ ਗਿਆ, ਉਦੋਂ ਗੁੱਸੇ ਦੇ ਨਾਲ ਭਰ ਗਿਆ ਹੈ। ਰਾਜ ਦੇ ਹੰਕਾਰ ਦੇ ਨਾਲ, ਤਖਤ ਦੇ ਹੰਕਾਰ ਦੇ ਨਾਲ ਬਹੁਤ ਜ਼ਿਆਦਾ ਮਸਤ ਹੋ ਚੁੱਕਾ ਹੈ। ਇਹਦੀ ਮੱਤ ਮਾਰੀ ਜਾ ਚੁੱਕੀ ਹੈ। ਜਦੋਂ ਇਹਨੇ ਪੈਂਡੇ ਖਾਨ ਦੀ ਮੌਤ ਦਾ ਹਾਲ ਸੁਣਿਆ ਹੈ, ਤਾਂ ਜਦੋਂ ਇਹਨੇ ਸੁਣਿਆ ਵੀ ਮੇਰਾ ਜਰਨੈਲ ਦੀਨ ਬੇਗ ਵੀ ਜ਼ਖਮੀ ਹੋਇਆ ਹੈ, ਤੇ ਗੁਰੂ ਸਾਹਿਬ ਜੀ ਨੇ ਕਹਿੰਦਾ ਵੀ ਦੇਸ਼ ਦੇ ਵਿੱਚ ਬੜਾ ਝਗੜਾ ਪਾਇਆ ਹੋਇਆ ਹੈ। ਹਜ਼ਾਰਾਂ ਹੀ ਲੋਕ ਜਿਹੜੇ ਸੀ ਮੁਗਲਾਂ ਦੇ, ਉਹਨਾਂ ਦਾ ਕਾਲ ਬਣ ਗਏ ਨੇ ਗੁਰੂ ਸਾਹਿਬ, ਭਾਵ ਹਜ਼ਾਰਾਂ ਹੀ ਵੈਰੀਆਂ ਨੂੰ ਮਾਰ ਦਿੰਦੇ ਹਨ ਜੰਗ ਦੇ ਮੈਦਾਨ ਅੰਦਰ। ਤਾਂ ਬੜਾ ਕ੍ਰੋਧ ਦੇ ਵਿੱਚ ਆਇਆ, ਗੁੱਸੇ ਦੇ ਵਿੱਚ ਆ ਕੇ ਆਗਿਆ ਦਿੱਤੀ ਹੈ। ਕਹਿਣ ਲੱਗਾ, ਹੇ ਸਿਆਣੇ ਪਹਾੜੀ ਰਾਜਿਓ, ਇਹ ਮਤ ਵਾਲਿਓ, ਜਾ ਕੇ ਚੜ੍ਹਾਈ ਕਰਕੇ ਜਾਓ ਗੁਰੂ ਸਾਹਿਬ ਤੇ, ਜਾ ਕੇ ਭਾਰੀ ਫੌਜ ਇਕੱਠੀ ਕਰੋ। ਬਾਦਸ਼ਾਹ ਦੀ ਫੌਜ ਵੀ ਆਉਣੀ ਹੈ, ਪਹਾੜੀ ਰਾਜਿਆਂ ਨੂੰ ਕਹਿੰਦਾ ਆਪਣੀ ਫੌਜ ਵੀ ਜਮ੍ਹਾਂ ਕਰੋ ਜਾ ਕੇ, ਤੇ ਇਕੱਠੇ ਹੋ ਕੇ, ਇੱਕ ਤਾਣ ਹੋ ਕੇ, ਇੱਕ ਦੂਜੇ ਦਾ ਤਾਣ ਬਣ ਕੇ, ਬਲ ਬਣ ਕੇ, ਇੱਕ ਤਾਕਤ ਬਣ ਕੇ ਜਾ ਕੇ ਕਹਿੰਦਾ ਗੁਰੂ ਦੇ ਸਾਹਮਣੇ ਹੋ ਕੇ ਲੜੋ। ਸਾਰੇ ਪਹਾੜੀ ਰਾਜੇ ਇਕੱਠੇ ਹੋ ਜਾਓ। ਤਾਂ ਜਾ ਕੇ ਤਕੜਾਈ ਦੇ ਨਾਲ, ਜ਼ੋਰ ਦੇ ਨਾਲ ਆਪਣੇ ਵੈਰੀ ਦਾ ਸਾਹਮਣਾ ਕਰੋ। ਜਾ ਕੇ ਮੇਰਾ ਸੁਨੇਹਾ ਦੇ ਦਿਓ, ਜਿੰਨੀ ਦਿੱਲੀ ਦੇ ਵਿੱਚ ਫੌਜ ਆ ਸਾਰੀ ਨਾਲ ਚੜਾ ਕੇ ਲੈ ਜਾਓ। ਜਿਵੇਂ ਮਰਜ਼ੀ ਕਰੋ, ਜੋ ਕਰਨਾ ਪੈਂਦਾ ਕਰੋ, ਜਾ ਕੇ ਗੁਰੂ ਕਲਗੀਧਰ ਨੂੰ ਗ੍ਰਿਫਤਾਰ ਕਰਕੇ ਲੈ ਆਓ। ਇਸ ਪ੍ਰਕਾਰ ਹੀ ਪੱਤਰ ਪਠਾਏ
ਇਸੇ ਤਰ੍ਹਾਂ ਉਹਨੇ ਲਿਖ ਕੇ ਚਿੱਠੀਆਂ ਭੇਜ ਦਿੱਤੀਆਂ ਆਪਣੇ ਸੂਬਿਆਂ ਨੂੰ। ਪੂਰਨ ਗਨ ਕਾਸਤ ਤਬ ਧਾਈ। ਤਾਂ ਜਿਹੜੇ ਚਿੱਠੀਆਂ ਲੈ ਕੇ ਜਾਂਦੇ ਨੇ ਬੜੀ ਕਾਹਲੀ ਦੇ ਨਾਲ ਤੁਰੇ ਹਨ। ਭੀਮ ਚੰਦ ਕੋ ਦੇ ਸਿਰ ਪਾਉ। ਤਾਂ ਜਾ ਉਹਨੇ ਔਰੰਗਜ਼ੇਬ ਨੇ ਸਨਮਾਨ ਦੇ ਵਜੋਂ ਭੀਮ ਚੰਦ ਨੂੰ ਸਿਰੋਂ ਪਾਉ ਦਿੱਤਾ ਹੈ। ਨਿਜ ਸਮੀਪ ਤੇ ਕੀਨ ਵਿਦਾਉ। ਆਪਣੇ ਕੋਲੋਂ ਵਿਦਾ ਕਰ ਦਿੱਤਾ, ਭਾਵ ਆਗਿਆ ਦੇ ਦਿੱਤੀ ਵੀ ਵਾਪਸ ਪਰਤ ਜਾ। ਦਿੱਲੀ ਕੋ ਪ੍ਰਥਮੈ ਚਲ ਆਇਓ। ਪਹਿਲਾ ਭੀਮ ਚੰਦ ਦਿੱਲੀ ਆਇਆ ਹੈ। ਆਨੰਦਤ ਚਿਤ ਡੇਰਾ ਪਾਇਓ। ਬੜਾ ਚਿੱਤ ਦੇ ਵਿੱਚ ਖੁਸ਼ ਆ ਵੀ ਹੁਣ ਮੇਰੀ ਜਿੱਤ ਹੋ ਜਾਣੀ ਹੈ। ਬੜੇ ਚਾਅ ਦੇ ਨਾਲ ਆ ਕੇ ਦਿੱਲੀ ਡੇਰਾ ਕੀਤਾ ਹੈ। ਸੂਬੇ ਸੰਗ ਮਿਲਿਓ ਧਨ ਦੈਤ। ਆ ਕੇ ਦਿੱਲੀ ਦੇ ਸੂਬੇ ਨੂੰ ਮਿਲਿਆ ਹੈ ਮਾਇਆ ਦਿੱਤੀ ਭੇਟਾ ਦੇ ਵਿੱਚ। ਸ਼ਾਹ ਮਿਲਨ ਬਿਰਤਾਂਤ ਬਤੇਕਾ। ਤਾਂ ਜਾ ਕੇ ਸਾਰੀ ਗੱਲ ਦੱਸੀ ਵੀ ਜਿਵੇਂ ਬਾਦਸ਼ਾਹ ਦੇ ਨਾਲ ਮਿਲਿਆ, ਜੋ ਗੱਲਬਾਤ ਕੀਤੀ ਹੈ, ਸਕਲ ਹਕੀਕਤ ਕਹਿ ਸਮਝਾਈ। ਸਾਰੀ ਜਿਹੜੀ ਗੱਲ ਸੀ ਆ ਕੇ ਸਮਝਾ ਦਿੱਤੀ ਸੂਬੇ ਨੂੰ ਹਜ਼ਰਤ ਕੀ ਆਇਸ ਨਿਮ ਆਈ। ਵੀ ਹਜ਼ਰਤ ਦੀ ਬਾਦਸ਼ਾਹ ਦੀ ਇਸ ਤਰ੍ਹਾਂ ਆਗਿਆ ਹੈ। ਹਜ਼ਰਤ ਕਹਿੰਦੇ ਨੇ, ਬਾਦਸ਼ਾਹ ਕਹਿੰਦੇ ਨੇ ਜਿਹੜਾ ਮਾਲਕ ਹੈ ਮੁਲਕ ਦਾ, ਜਿੱਦਾਂ ਕਹਿ ਲਓ ਵੀ ਰਾਸ਼ਟਰਪਤੀ ਮਾਲਕ ਹੁੰਦਾ, ਇਹਦਾ ਅੱਗੇ ਸੂਬੇ ਹੁੰਦੇ ਨੇ ਉਹਨਾਂ ਦੇ। ਜਿੱਦਾਂ ਸਾਡੀਆਂ ਸਟੇਟਾਂ ਨੇ, ਜਿਹੜਾ ਸਟੇਟ ਦਾ ਮਾਲਕ ਹੈ ਉਹਨੂੰ ਸੂਬਾ ਕਹਿ ਦਿੰਦੇ ਨੇ। ਤਾਂ ਇਹ ਸੂਬੇ ਨੂੰ ਆ ਕੇ ਸਾਰੀ ਗੱਲ ਦੱਸਦਾ ਹੈ ਫਿਰ ਕੀ ਸੈਨਾ ਅਕਲ ਬਟੋਰੇ। ਵੀ ਇਹ ਬਾਦਸ਼ਾਹ ਨੇ ਹੁਕਮ ਕੀਤਾ ਹੈ ਵੀ ਮੈਂ ਜਾ ਕੇ ਪਹਾੜੀ ਫੌਜ ਇਕੱਠੀ ਕਰਾਂ। ਭਰਾਤਾ ਬੰਦ ਸਮੂਹ ਨਿਹੋਰੇ। ਜਿੰਨੇ ਵੀ ਮੇਰੇ ਸਾਕ ਸੰਬੰਧੀ ਨੇ, ਮੇਰੇ ਭਰਾ ਨੇ, ਉਹਨਾਂ ਸਾਰਿਆਂ ਨੂੰ ਬੁਲਾਵਾਂ, ਉਹਨਾਂ ਨੂੰ ਬੇਨਤੀ ਕਰਾਂ। ਰਬ ਕੋ ਸੂਬਾ ਲੈ ਜਾਵੋ। ਨਾਲ ਹੀ ਸਰਹੰਦ ਦੇ ਸੂਬੇ ਨੂੰ ਵੀ ਲੈ ਕੇ ਜਾਵਾਂ। ਲਾਹੌਰ ਕੋ ਨਿਜ ਸੰਗ ਚੜਾਵੋ। ਲਾਹੌਰ ਦੀ ਫੌਜ ਨੂੰ ਵੀ ਆਪਣੇ ਨਾਲ ਲੈ ਕੇ ਜਾਵਾਂ ਚੜ੍ਹਾਈ ਤੇ। ਦੇਵ ਸਭ ਦੇਸ਼ਨ ਕੀ ਦਲ ਚੜੈ। ਤਾਂ ਇਸ ਤਰ੍ਹਾਂ ਹਰ ਦਿਸ਼ਾ ਦੇ ਵਿੱਚ ਜਿੱਥੇ ਕਿਤੇ ਬਾਦਸ਼ਾਹ ਦੀ ਫੌਜ ਆ, ਸਾਰੀ ਮੇਰੇ ਨਾਲ ਚੜ੍ਹ ਕੇ ਜਾਵੇ। ਤਉ ਅਨੰਦਪੁਰ ਤੇ ਗੁਰ ਕੰਨੈ। ਤਾਂ ਜਾ ਕੇ ਆਪਾਂ ਗੁਰੂ ਨੂੰ ਆਨੰਦਪੁਰ ਤੋਂ ਕੱਢ ਸਕਦੇ ਹਾਂ। ਉਹਨਾਂ ਚਿਰ ਨਹੀਂ, ਸਾਰੀ ਫੌਜ ਜਾਏਗੀ ਤੇ ਆਪਾਂ ਗੁਰੂ ਸਾਹਿਬ ਨੂੰ ਆਨੰਦਪੁਰੋਂ ਕੱਢਾਂਗੇ। ਨਤ ਤੋਰੋ ਦਲ ਜੇ ਚੜ ਜਾਵੈ। ਨਹੀਂ ਤਾਂ ਜੇ ਥੋੜਾ ਜਿਹਾ ਦਲ ਗਿਆ, ਜੇ ਥੋੜੀ ਜੀ ਫੌਜ ਚੜ੍ਹਾਈ ਕਰਕੇ ਗਈ, ਮਾਰਤ ਲਰਤ ਤੁਫੰਗ ਬਜਾਵੈ। ਤਾਂ ਉਹਨਾਂ ਨੇ ਗੋਲੀਆਂ ਚਲਾ ਚਲਾ ਕੇ ਲੜਦਿਆਂ ਲੜਦਿਆਂ ਹੀ ਸਾਨੂੰ ਮਾਰ ਦੇਣਾ ਹੈ। ਨਿਤ ਕਾਇਮ ਆਨੰਦਪੁਰ ਰਾਖੈ। ਉਹਨਾਂ ਨੇ ਜਿਹੜਾ ਆਨੰਦਪੁਰ ਦਾ ਕਿਲਾ ਹੈ ਉਹਨੂੰ ਹੋਰ ਮਜ਼ਬੂਤ ਕਰ ਲੈਣਾ ਹੈ, ਕਾਇਮ ਕਰ ਲੈਣਾ ਹੈ। ਹਰਿਓ ਰਹੈ ਸਭ ਸੋ ਮਨ ਮਾਥੈ। ਤਾਂ ਸਾਰਿਆਂ ਦੇ ਨਾਲ ਮਨ ਵਿੱਚ ਗੁੱਸਾ ਕਰਕੇ, ਸਾਡੇ ਨਾਲ ਬੜਾ ਕ੍ਰੋਧ ਕਰਕੇ ਉਹਨੇ ਅੜ ਜਾਣਾ ਹੈ। ਸੁਪਨੇ ਮਹਿ ਪੀਤਰਾਸ ਨਾ ਜਿਨ ਕੇ। ਕਿਉਂਕਿ ਕਲਗੀਧਰ ਪਾਤਸ਼ਾਹ ਦੇ ਕਹਿੰਦਾ ਸੁਪਨੇ ਦੇ ਵਿੱਚ ਵੀ ਡਰ ਨਹੀਂ, ਹਕੀਕਤ ਦੇ ਵਿੱਚ ਡਰ ਤਾਂ ਕੀ ਹੋਣਾ, ਸੁਪਨੇ ਵਿੱਚ ਵੀ ਕਿਸੇ ਤੋਂ ਡਰਦੇ ਨਹੀਂ। ਜੇ ਹਰ ਸਮਤਾ ਪਾਈਐ ਤਿਨ ਕੇ। ਤਾਂ ਉਹਨਾਂ ਦੀ ਬਰਾਬਰੀ ਜਿਹੜੀ ਹੈ ਉਹ ਤਾਂ ਸ਼ੇਰ ਵਾਲੀ ਹੈ। ਸ਼ੇਰ ਵਰਗੇ ਹਨ, ਕਿਸੇ ਤੋਂ ਡਰਦੇ ਨਹੀਂ ਹਨ। ਹੋਰੇ ਘਣੇ ਸਤਰ ਨਹਿ ਗਿਣੈ। ਤਾਂ ਥੋੜੇ ਬਹੁਤੇ ਦੁਸ਼ਮਣਾਂ ਨੂੰ ਤਾਂ ਗਿਣਦੇ ਹੀ ਨਹੀਂ ਮਰਨ ਲੱਗਿਆ। ਕੋਈ ਜੇ ਆਖੀਏ ਨਾ ਵੀ ਕੋਈ 10 20 50 ਹਜ਼ਾਰ ਲੈ ਜਾਈਏ, ਤਾਂ ਭੀਮ ਚੰਦ ਕਹਿੰਦਾ ਇੰਨਿਆਂ ਕੁੜ ਦਾ ਮਰਨ ਲੱਗਿਆ, ਗਿਣਤੀ ਵੀ ਨਹੀਂ ਕਰਦੇ। ਸਨਮੁਖ ਬਹੁਤ ਕਿਰਪਾਨਨ ਹਨੈ। ਸਾਹਮਣੇ ਆ ਜਾਂਦੇ ਨੇ ਜੰਗ ਦੇ ਮੈਦਾਨ ਵਿੱਚ, ਕਿਰਪਾਨਾਂ ਨਾਲ ਮਾਰ ਦਿੰਦੇ ਹਨ। ਹੇਤ ਤੇ ਲਸਕਰ ਘਣੇ। ਤਾਂ ਇਸੇ ਕਰਕੇ ਮੈਂ ਕਹਿਣਾ ਹਾਂ ਵੀ ਭਾਰੀ ਫੌਜ ਦੀ ਬਹੁਤ ਜ਼ਿਆਦਾ ਲੋੜ ਹੈ। ਪਹੁੰਚ ਲਰੈ ਪਕੜੈ ਕੋ ਹਨੀ। ਜਿਹੜੀ ਫੌਜ ਜਾ ਕੇ ਲੜੇ, ਭਾਵੇਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲੇ, ਭਾਵੇਂ ਜੰਗ ਦੇ ਮੈਦਾਨ ਵਿੱਚ ਮਾਰ ਦੇਵੇ। ਦੋਨੋਂ ਸੂਬੇ ਗਿਰਪਤ ਤੇ ਸਭੈ। ਤਾਂ ਜਦੋਂ ਸਾਰੀ ਪਹਾੜੀ ਰਾਜਿਆਂ ਕੋਲੋਂ ਗੱਲ ਸੁਣੀ ਦਿੱਲੀ ਦੇ ਸੂਬੇ ਨੇ, ਸਭ ਕਾਰਨ ਕੋ ਬੂਝੇ ਉਤਬੈ। ਤਾਂ ਸਾਰਾ ਕਾਰਨ ਜੋ ਕੁਝ ਕਰਨਾ ਸੀ ਉਹ ਪੁੱਛ ਲਿਆ। ਕੌਣ ਜਾਤ ਕੇ ਭਗਤ ਤੇ ਪਾਸਾ। ਤਾਂ ਇਸ ਤਰ੍ਹਾਂ ਉਦੋਂ ਉਹਨੇ ਫਿਰ ਆਖਿਆ ਵੀ ਉਧਰ ਜਿਹੜੇ ਸੂਰਮੇ ਨੇ ਗੁਰੂ ਸਾਹਿਬ ਵੱਲ, ਜਿਹੜੇ ਗੁਰੂ ਸਾਹਿਬ ਦੇ ਲੜਾਕੇ ਨੇ, ਉਹ ਕਿਹੜੀ ਜਾਤ ਦੇ ਨੇ? ਕਿਉਂਕਿ ਉਦੋਂ ਫਿਰ ਇਹ ਗੱਲਾਂ ਹੁੰਦੀਆਂ ਸੀ ਨਾ ਵੀ ਜਾਤ ਦੇ ਪਠਾਨ ਜਿਹੜੇ ਸੀ ਲੜਾਕੇ ਹੁੰਦੇ ਸੀ, ਛਤਰੀ ਲੜਾਕੇ ਹੁੰਦੇ ਸੀ, ਤੇ ਜਿਹੜੇ ਆਪਣੇ ਖੇਤੀ ਕਰਨ ਵਾਲੇ, ਪਸ਼ੂ ਪਾਲਣ ਵਾਲੇ, ਜੱਟ, ਹੋਰ ਜਿਹੜੀਆਂ ਬਰਾਦਰੀਆਂ ਇਹ ਲੜਦੀਆਂ ਨਹੀਂ ਸੀ। ਇਹਨਾਂ ਦਾ ਕੰਮ ਖੇਤੀ ਕਰਨੀ ਹੁੰਦਾ ਸੀ।
ਜਿਹੜੇ ਦੁਕਾਨਦਾਰੀ ਦਾ ਕੰਮ ਕਰਦੇ ਸੀ ਬਾਣੀਏ, ਉਹ ਦੁਕਾਨ ਦਾ ਹੀ ਕਰਦੇ ਸੀ। ਜਿੱਦਾਂ ਆਉਂਦੇ ਨੇ ਨਾ ਸ਼ਬਦ, ਮੇਰਾ ਕਾਜ ਹੈ ਤੋਲੋਂ ਤਕੜੀ, ਨੰਗੀ ਕਰਦ ਕਦੇ ਨਾ ਪਕੜੀ। ਬਾਣੀਏ ਮਹਾਰਾਜ ਨੂੰ ਕਹਿੰਦੇ, ਮਹਾਰਾਜ ਕਹਿੰਦੇ ਤਲਵਾਰਾਂ ਫੜੋ। ਉਹ ਕਹਿੰਦੇ ਮਹਾਰਾਜ ਤਲਵਾਰਾਂ ਕਿੱਦਾਂ ਫੜ ਲਈ, ਅਸੀਂ ਤਾਂ ਕਦੀ ਨੰਗੀ ਕਰਦ ਨਹੀਂ ਫੜੀ, ਅਸੀਂ ਤਾਂ ਤਕੜੀ ਤੋਲਣ ਵਾਲੇ ਆ। ਤਾਂ ਜਿਹੜੇ ਕੋਈ ਸੋਚ ਨਹੀਂ ਸੀ ਸਕਦਾ ਜੰਗ ਕਰਨਗੇ, ਮਹਾਰਾਜ ਨੇ ਉਹਨਾਂ ਦੇ ਕੋਲੋਂ ਉਹ ਜਾਤਾਂ, ਉਹ ਲੜਾਕੀਆਂ ਨਸਲਾਂ ਪਠਾਣਾਂ ਦੀਆਂ ਭਜਾ ਦਿੱਤੀਆਂ। ਤਾਂ ਸੂਬਾ ਦਿੱਲੀ ਦਾ ਪੁੱਛਦਾ ਹੈ ਇਹਨੂੰ, ਭੀਮ ਚੰਦ ਨੂੰ, ਵੀ ਗੁਰੂ ਸਾਹਿਬ ਦੇ ਸੂਰਮੇ ਕਿਹੜੀਆਂ ਜਾਤਾਂ ਦੇ ਹਨ ਜਿਹਦੇ ਕਰਕੇ ਤੁਸੀਂ ਇੰਨਾ ਡਰੇ ਬੈਠੇ ਜੇ, ਜਿਨ੍ਹਾਂ ਤੋਂ ਇੰਨਾ ਡਰਦੇ ਹੋ ਲੜਾਕਿਆਂ ਤੋਂ, ਗੁਰੂ ਦੇ ਸਿੰਘਾਂ ਤੋਂ, ਉਹ ਕਿਹੜੀਆਂ ਜਾਤਾਂ ਦੇ ਹਨ? ਤਾਂ ਕਿੰਨੀ ਕੁ ਗਿਣਤੀ ਆ ਉਹਨਾਂ ਦੀ? ਕੀ ਗੱਲ ਬਹੁਤ ਜ਼ਿਆਦਾ ਇਕੱਠ ਹੈ ਗੁਰੂ ਸਾਹਿਬ ਕੋਲ? ਤਾਂ ਉਹਨਾਂ ਦੀ ਗਿਣਤੀ ਵੀ ਦੱਸੋ। ਤਾਂ ਜਿਵੇਂ ਜਿਵੇਂ ਉਹ ਆ ਕੇ ਲੜਦੇ ਨੇ ਤੁਹਾਡੇ ਨਾਲ, ਉਹਨਾਂ ਦਾ ਜੰਗ ਦਾ ਤਰੀਕਾ ਕੀ ਹੈ, ਉਹ ਸਾਰੀ ਗੱਲ ਕਹਿੰਦਾ ਸਾਨੂੰ ਦੱਸੋ। ਵੀ ਗੁਰੂ ਆਪ ਵੀ ਸ਼ਸਤਰ ਧਾਰਦਾ, ਜਾਂ ਇਕੱਲੇ ਸਿੰਘ ਲੜਦੇ ਨੇ, ਜਾਂ ਗੁਰੂ ਸਾਹਿਬ ਆਪ ਵੀ ਸ਼ਸਤਰ ਧਾਰ ਕੇ ਜੰਗ ਕਰਦੇ ਹਨ? ਕਿਸ ਤਰੀਕੇ ਦੇ ਨਾਲ, ਕਿਹੜੀ ਜੁਗਤੀ ਦੇ ਨਾਲ, ਕਿਹੜੇ ਸ਼ਸਤਰ ਦੇ ਨਾਲ ਆ ਕੇ ਵੈਰੀਆਂ ਨੂੰ ਮਾਰਦੇ ਹਨ ਗੁਰੂ ਸਾਹਿਬ? ਤਾਂ ਇਹ ਜਿਹੜਾ ਕਿਲਾ ਹੈ ਉਹ ਕਿਵੇਂ ਉਹਨਾਂ ਨੇ ਆ ਕੇ ਕੀਤਾ ਹੋਇਆ ਹੈ? ਕਿਲੇ ਦੀ ਵਿਉਂਤਬੰਦੀ ਕੀ ਹੈ? ਕਿਸ ਤਰੀਕੇ ਦੇ ਨਾਲ ਕਿਲੇ ਦੇ ਵਿੱਚ ਅੜੇ ਹੋਏ ਹਨ? ਤੇ ਕਿਹੜੇ ਦੇਸ਼ ਦੇ ਉੱਤੇ ਉਹਨਾਂ ਦਾ ਰਾਜ ਚੱਲਦਾ? ਕਿਉਂਕਿ ਏਡੀ ਵੱਡੀ ਫੌਜ ਨਾਲ ਮੱਥਾ ਲਾਇਆ ਹੈ, ਤਾਂ ਇਹ ਗੱਲ ਸੁਭਾਇਕੀ ਮਨ ਵਿੱਚ ਆ ਜਾਂਦੀ ਵੀ ਕਿਸੇ ਦੇਸ਼ ਦੇ ਰਾਜੇ ਹੋਣਗੇ। ਤਾਂ ਦਿੱਲੀ ਦਾ ਸੂਬਾ ਪੁੱਛਦਾ ਵਜੀਦ ਇਹਨੂੰ, ਭੀਮ ਚੰਦ ਨੂੰ, ਕਹਿੰਦਾ ਵੀ ਕਿਹੜੇ ਦੇਸ਼ ਤੇ ਰਾਜ ਕਰਦੇ ਹਨ ਗੁਰੂ ਸਾਹਿਬ? ਉਹਨਾਂ ਦੇ ਕੋਲ ਕੀ ਸਾਜੋ ਸਮਾਨ ਹੈ, ਸਾਰਾ ਮੈਨੂੰ ਦੱਸ ਦੇ। ਕਿਵੇਂ ਉਹਨੂੰ ਜੋਰਾਵਰ ਮੰਨਦੇ ਜੇ? ਕਿਵੇਂ ਤੁਸੀਂ ਕਹਿ ਦਿੰਦੇ ਜੇ ਵੀ ਗੁਰੂ ਬੜਾ ਬਲੀ ਹੈ, ਬੜਾ ਤਾਕਤ ਵਾਲਾ? ਕਿਹੜੀਆਂ ਚੀਜ਼ਾਂ ਦੇ ਸਿਰ ਤੇ ਤਾਕਤਵਰ ਮੰਨਦੇ ਹੋ? ਸਾਰੀ ਗੱਲ ਦੱਸੋ। ਤਾਂ ਸੁਣ ਕੇ ਭੀਮ ਚੰਦ ਨੇ ਹੱਥ ਜੋੜੇ ਉਸ ਵੇਲੇ। ਤਾਂ ਮਹਾਰਾਜ ਸਾਹਿਬ ਦੀ ਉਪਮਾ ਦਾ, ਸਤਿਗੁਰਾਂ ਦੀ ਤਾਕਤ ਦਾ ਪ੍ਰਸੰਗ ਜਿਹੜਾ ਸੀ ਉਹ ਦੱਸਣ ਲੱਗਾ ਵੀ ਗੁਰੂ ਸਾਹਿਬ ਜੀ ਨੇ ਪਟਨੇ ਨਗਰ ਦੇ ਵਿੱਚ ਜਨਮ ਲਿਆ ਹੈ। ਤਾਂ ਪਹਿਲਾਂ ਉਧਰ ਰਹਿੰਦੇ ਸੀ ਪੂਰਬ ਦੀ ਦਿਸ਼ਾ ਵੱਲ, ਫਿਰ ਇੱਧਰ ਨੂੰ ਆ ਗਏ ਹਨ ਆਪਣਾ ਨਗਰ ਜਾਣ ਕੇ, ਕਿਉਂਕਿ ਗੁਰੂ ਸਾਹਿਬ ਦੇ ਪਿਤਾ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਮੀਨ ਮੁੱਲ ਖਰੀਦੀ ਸੀ, ਤਾਂ ਆਪਣਾ ਥਾਂ ਸਮਝ ਕੇ ਇੱਥੇ ਆ ਕੇ ਵਸ ਗਏ। ਤਾਂ ਜਦੋਂ ਬਾਲਕਾਂ ਵਾਲੀ ਉਮਰ ਸੀ ਉਦੋਂ ਪਤਾ ਨਹੀਂ ਸੀ ਲੱਗਦਾ ਵੀ ਇੰਨਾ ਬਲ ਹੈ ਇਹਨਾਂ ਵਿੱਚ, ਉਦੋਂ ਅੰਦਾਜ਼ਾ ਨਹੀਂ ਲੱਗਾ ਇਹਨਾਂ ਦੀ ਤਾਕਤ ਦਾ। ਜਿਹੜੇ ਇਹਨਾਂ ਦੇ ਪਿਤਾ ਜੀ ਸਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ, ਭੀਮ ਚੰਦ ਕਹਿੰਦਾ ਉਹਨਾਂ ਦਾ ਸੁਭਾਅ ਬੜਾ ਸ਼ਾਂਤ ਸੀ। ਉਹਨਾਂ ਨੂੰ ਗੁਰੂ ਵਜੋਂ ਬੜੇ ਸਿੱਖ ਮੰਨਦੇ ਸੀ, ਬਹੁਤ ਜ਼ਿਆਦਾ ਸਿੱਖ ਸਨ ਉਹਨਾਂ ਦੇ। ਅਸੀਂ ਤਾਂ ਇਹਨਾਂ ਨੂੰ ਵੀ ਉਹਨਾਂ ਵਰਗੇ ਸਮਝ ਲਿਆ ਵੀ ਸਾਧੂ ਬਿਰਤੀ ਨੇ, ਇਹ ਲੜਦੇ ਨਹੀਂ, ਇਹ ਫਕੀਰ ਨੇ, ਤਾਂ ਉਹਨਾਂ ਵਰਗੇ ਸਮਝ ਬੈਠੇ। ਅਸੀਂ ਕੋਈ ਰੋਕ ਟੋਕ ਨਹੀਂ ਕੀਤੀ, ਇਹਨਾਂ ਦੇ ਪਿਤਾ ਵਰਗੇ ਜਾਣ ਕੇ ਅਸੀਂ ਇਹਨਾਂ ਨੂੰ ਅਨੰਦਪੁਰ ਵਸਣ ਦਿੱਤਾ। ਤਾਂ ਇਹਨਾਂ ਦੇ ਕੋਲ ਬੜੀ ਜ਼ਿਆਦਾ ਗਿਣਤੀ ਦੇ ਵਿੱਚ ਸੰਗਤ ਆਉਂਦੀ ਰਹਿੰਦੀ ਹੈ, ਲਿਆ ਕੇ ਬੜੀ ਬੜੀ ਮਾਇਆ, ਬੜੇ ਬੜੇ ਉਪਹਾਰ ਭੇਟ ਕਰਦੇ ਮਹਾਰਾਜ ਨੂੰ। ਜਦੋਂ ਕਈ ਸਾਲ ਇਸੇ ਤਰ੍ਹਾਂ ਸਮਾਂ ਬੀਤ ਗਿਆ, ਜਦੋਂ ਇਹਨਾਂ ਦੇ ਸਰੀਰ ਤੇ ਜਵਾਨੀ ਦਾ ਸਮਾਂ ਆਇਆ ਹੈ, ਉਦੋਂ ਤੋਂ ਇਹ ਸਾਡੇ ਨਾਲ ਵੈਰ ਕਰਨ ਲੱਗ ਪਏ ਹਨ। ਇਹਨਾਂ ਦਾ ਸ਼ਸਤਰ ਵਿਦਿਆ ਦੇ ਵਿੱਚ ਬੜਾ ਪਿਆਰ ਹੈ, ਸ਼ਸਤਰ ਵਿਦਿਆ ਇਹਨਾਂ ਨੇ ਬੜੇ ਪ੍ਰੇਮ ਦੇ ਨਾਲ ਸਿੱਖੀ ਹੋਈ ਹੈ। ਤਾਂ ਇੱਕ ਵਾਰੀ ਤਾਂ ਇਹਨਾਂ ਨੂੰ ਅਸੀਂ ਕੱਢ ਦਿੱਤਾ ਸੀ ਅਨੰਦਪੁਰ ਸਾਹਿਬੋਂ।
ਜਮਨਾ ਤਟ ਬਾਸਾ ਜਮਨਾ ਦੇ ਕਿਨਾਰੇ ਤੇ ਆ ਕੇ ਵਸ ਗਏ ਸਨ। ਮਹਿ ਵੀ ਦੁੰਦ ਮਚਾਇਓ ਐਸੀ ਤਾਂ ਉੱਥੇ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ ਝਗੜਾ ਮਚਾ ਛੱਡਿਆ। ਦਾਰੁਨ ਯੁੱਧ ਮਚਿਓ ਤਬ ਤੈਸੋ ਬੜਾ ਭਿਆਨਕ ਉਦੋਂ ਇਸ ਤਰ੍ਹਾਂ ਯੁੱਧ ਮਚਿਆ ਸੀ। ਫਤਿਹ ਸ਼ਾਹ ਸੋ ਕਰੇ ਲੜਾਈ ਉਦੋਂ ਇਹਨਾਂ ਨੇ ਰਾਜੇ ਫਤਿਹ ਸ਼ਾਹ ਦੇ ਨਾਲ ਲੜਾਈ ਕੀਤੀ। ਰਾਮ ਦਾਮਲੇ ਖਾਨ ਕਪਾਈ ਤਾਂ ਦਾਮਲੇ ਨਗਰ ਦੇ ਜਿਹੜੇ ਖਾਨ ਸੀ ਉਹਨਾਂ ਨੂੰ ਮਾਰ ਦਿੱਤਾ, ਉਹਨਾਂ ਨੂੰ ਖਪਾ ਦਿੱਤਾ। ਇਸ ਤਰ੍ਹਾਂ ਇਹ ਭੀਮ ਚੰਦ ਗੁਰੂ ਸਾਹਿਬ ਜੀ ਦੇ ਜੰਗ ਯੁੱਧ, ਗੁਰੂ ਸਾਹਿਬ ਦੀ ਤਾਕਤ ਬਾਰੇ ਦੱਸ ਰਿਹਾ ਹੈ। ਇੱਥੇ ਸਾਧ ਸੰਗਤ ਜੀ ਅੱਜ ਦੀ ਕਥਾ ਵਿਚਾਰ ਦੀ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਗਰੀਬ ਨਵਾਜ਼ ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਵਾਸਤੇ ਸਮੱਤ ਬਖਸ਼ਣ। ਆਪ ਜਿਤਨੀਆਂ ਵੀ ਸੰਗਤਾਂ ਹਾਜ਼ਰ ਹੋਈਆਂ ਹਨ ਸਭ ਦੀ ਹਾਜ਼ਰੀ ਸਤਿਗੁਰੂ ਜੀ ਦਰ ਪ੍ਰਵਾਨ ਕਰਨ। ਇੱਥੇ ਹੀ ਸਮਾਪਤੀ ਹੈ। ਲੇਖਾ ਕਥਾ ਨਾ ਛੂਟੀਐ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਫਤਿਹ ਸ਼ਾਹ ਸੋ ਕਰੀ ਲੜਾਈ ਗ੍ਰਾਮ ਦਾਮਲੇ ਖਾਨ ਖਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।